देखो अज की हैडिंग लिखो, नवा चैप्टर कर रहे हैं ਆਪਾਂ एल्कोहल फिनोल एंड ईथर। एल्कोहल फिनोल एंड ईथर। तो देखो सब तो पहला यही चैप्टर ਤੁਹਾਨੂੰ पता होना चाहिए है कि जो चैप्टर आप स्टार्ट किया है ना, एल्कोहल विच केड़ा फंक्शनल ग्रुप प्रेजेंट है, फिनोल किन्हां नूं कहंदे ने ते ईथर विच की हुंदा है, ये ਤੁਹਾਨੂੰ पता होना बहुत ही ज्यादा जरूरी है। ਤਾਂ ਆਪਾਂ ਸਭ ਤੋਂ ਪਹਿਲਾਂ ਇਹੀ ਚੀਜ਼ ਸਿੱਖਦੇ ਹਾਂ ਕਿ ਆਪਾਂ ਕਦੋਂ ਕਿਸੇ ਨੂੰ ਅਲਕੋਹਲ ਬੋਲਾਂਗੇ, ਕਦੋਂ ਕਿਸੇ ਨੂੰ ਫਿਨੋਲ ਕਵਾਂਗੇ ਤੇ ਕਦੋਂ ਉਸ ਨੂੰ ਆਪਾਂ ਈਥਰ ਦੀ ਕੈਟੇਗਰੀ ਦੇ ਵਿੱਚ ਪਾਵਾਂਗੇ। ਤਾਂ ਦੇਖੋ ਜਿਵੇਂ ਜੋ ਵੀ ਤੁਹਾਡੇ ਸਿਸਟਮ ਨੇ ਉਹ ਤੁਹਾਡੇ ਐਲਕੇਨ ਤੋਂ ਹੀ ਜਨਰੇਟ ਹੁੰਦੇ ਨੇ। ਫੋਰ ਐਗਜ਼ਾਮਪਲ ਅਗਰ ਤੁਸੀਂ ਕੰਸੀਡਰ ਕਰ ਰਹੇ ਹੋ ਕਿ RH ਤੁਹਾਡਾ ਐਲਕੇਨ ਹੈ, ਤਾਂ ਜਦੋਂ ਤੁਸੀਂ ਐਲਕੇਨ ਦੇ ਇੱਕ ਹਾਈਡਰੋਜਨ ਨੂੰ ਤੁਸੀਂ OH ਗਰੁੱਪ ਦੇ ਨਾਲ ਰਿਪਲੇਸ ਕਰਦੇ ਹੋ, ਇੱਥੇ ਕੀ ਬਣਦਾ ਹੈ ROH, ਤਾਂ ਉਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਐਲਕੋਹਲ ਪਾਰਟ। ਇਹ ਤੁਹਾਡਾ ਕੀ ਬਣਦਾ ਹੈ ਐਲਕੋਹਲ। ਤਾਂ ਦੇਖੋ R ਅਗਰ ਤੁਹਾਡਾ ਇੱਥੇ ਅਲਕਾਈਲ ਪਾਰਟ ਹੈ, ਅਗਰ R ਤੁਹਾਡਾ ਇੱਥੇ ਐਲਕਾਈਲ ਹੈ ਤਾਂ ਇਸ ਨੂੰ ਆਪਾਂ ਕੈਟੇਗਰਾਈਜ਼ ਕਰਦੇ ਹਾਂ ਐਜ਼ ਯੂਰ ਐਲੀਫੈਟਿਕ ਅਲਕੋਹਲ। ਤਾਂ ਇਸ ਨੂੰ ਆਪਾਂ ਕੈਟੇਗਰਾਈਜ਼ ਕਰਦੇ ਹਾਂ ਤੁਹਾਡੇ ਐਲੀਫੈਟਿਕ ਅਲਕੋਹਲ ਦੇ ਵਿੱਚ। ਬਟ ਅਗਰ ਤੁਹਾਡਾ ਇੱਥੇ ਆਰ ਪਾਰਟ ਅਰਾਈਲ ਹੈ, ਅਰਾਈਲ ਮਤਲਬ ਬੈਂਜ਼ੀਨ ਰਿੰਗ ਸਟਰਕਚਰ ਹੈ, ਤਾਂ ਅਗਰ ਤੁਹਾਡਾ ਬੈਂਜ਼ੀਨ ਰਿੰਗ ਦੇ ਨਾਲ ਡਾਇਰੈਕਟਲੀ OH ਅਟੈਚਡ ਹੈ ਤਾਂ ਉਸ ਨੂੰ ਆਪਾਂ ਬੋਲ ਦਿੰਦੇ ਹਾਂ ਤੁਹਾਡਾ ਫਿਨੋਲ। ਫੋਰ ਐਗਜ਼ਾਮਪਲ ਮੰਨ ਲਓ ਆ ਤੁਹਾਡੀ ਬੈਂਜ਼ੀਨ ਹੈ, ਬੈਂਜ਼ੀਨ ਦਾ ਜਦੋਂ ਤੁਸੀਂ ਇੱਕ ਹਾਈਡਰੋਜਨ ਰਿਪਲੇਸ ਕਰਦੇ ਹੋ ਤੁਹਾਡੇ OH ਗਰੁੱਪ ਦੇ ਨਾਲ, ਤਾਂ ਜਦੋਂ ਤੁਹਾਡਾ OH ਗਰੁੱਪ ਡਾਇਰੈਕਟਲੀ ਤੁਹਾਡੇ ਬੈਂਜ਼ੀਨ ਦੇ ਨਾਲ ਅਟੈਚਡ ਹੁੰਦਾ ਹੈ ਉਸ ਨੂੰ ਹੀ ਤੁਸੀਂ ਫਿਨੋਲ ਬੋਲਦੇ ਹੋ। that is very very important। for example let us consider कि अगर ਤੁਹਾਡਾ जो प्रोडक्ट है, अगर मान लो ਤੁਹਾਡਾ ਇੱਥੇ ਟੋਲੂਇਨ है, let's say ਇੱਥੇ ਕੀ ਹੈ ਤੁਹਾਡਾ ਟੋਲੂਇਨ ਹੈ, ਬੈਂਜ਼ੀਨ ਦੇ ਨਾਲ ਜੋ CH3 ਹੈ, ਅਗਰ ਤੁਸੀਂ CH3 ਦਾ ਆਹ ਵਾਲਾ ਇੱਕ H ਨੂੰ ਰਿਪਲੇਸ ਕੀਤਾ ਹੈ ਤੁਹਾਡੇ OH ਗਰੁੱਪ ਦੇ ਨਾਲ, ਫੋਰ ਐਗਜ਼ਾਮਪਲ ਇੱਥੇ ਕੀ ਬਣ ਗਿਆ ਹੈ ਤੁਹਾਡਾ ਬੈਂਜ਼ੀਨ ਦੇ ਨਾਲ ਤੁਹਾਡਾ CH2 OH ਗਰੁੱਪ ਅਟੈਚਡ ਹੈ, ਤਾਂ ਤੁਸੀਂ ਇਸ ਨੂੰ ਫਿਨੋਲ ਕੈਟੇਗਰੀ ਦੇ ਵਿੱਚ ਕੰਸੀਡਰ ਨਹੀਂ ਕਰੋ। ਕਿਉਂਕਿ ਫਿਨੋਲ ਕੈਟੇਗਰੀ ਲਈ ਸਭ ਤੋਂ ਇੰਪੋਰਟੈਂਟ ਕੀ ਹੈ ਕਿ ਜੋ ਤੁਹਾਡਾ ਫੰਕਸ਼ਨਲ ਗਰੁੱਪ ਹੈ ਮੇਨ OH, that should be directly connected to your ring। ਸੋ ਇਹ ਤੁਹਾਡਾ ਫਿਨੋਲ ਕੈਟੇਗਰੀ ਚ ਕੰਸੀਡਰਡ ਨਹੀਂ ਕਰੋਗੇ, ਇਸ ਨੂੰ ਤੁਸੀਂ ਆਪਣੇ ਐਲੀਫੈਟਿਕ ਐਲਕੋਹਲ ਦੇ ਵਿੱਚ ਹੀ ਕੰਸੀਡਰ ਕਰੋਗੇ। ਬਸ ਇਸ ਨੂੰ ਕੀ ਕਹਿ ਦੋਗੇ that is your substituted aliphatic alcohol। ਠੀਕ ਹੈ, ਤੇ ਇਸ ਦਾ ਜੋ ਨਾਮ ਹੁੰਦਾ ਹੈ ਉਹ ਕੀ ਹੈ ਤੁਹਾਡਾ ਬੈਂਜ਼ਾਈਲ ਐਲਕੋਹਲ। ਇਸ ਨੂੰ ਆਪਾਂ ਕਿਸ ਨਾਮ ਦੇ ਨਾਲ ਜਾਣਦੇ ਹਾਂ ਤੁਹਾਡਾ ਬੈਂਜ਼ਾਈਲ ਐਲਕੋਹਲ। this is its common name। एक इंपॉर्टेंट चीज स्टार्ट करने तो पहला दस देना हम, एक इंपॉर्टेंट नोट करके लिख लेना, बहुत बारी काम आएगा पॉइंट कि किसी भी एक कार्बन ते किसी भी एक कार्बन ते अगर थोड़े दो OH ग्रुप प्रेजेंट है तो वो की हुंदे ने अनस्टेबल हुंदे। अगर एक सिंगल कार्बन ते थोड़े दो OH ग्रुप प्रेजेंट है वो की हुंदे ने अनस्टेबल हुंदे ने, वो इमीडिएटली थोड़ा वाटर नु रिमूव कर देंगे। इमीडिएटली थोड़े ਵਾਟਰ ਨੂੰ ਕੀ ਕਰ ਦੇਣਗੇ ਰਿਮੂਵ ਕਰ ਦੇਣਗੇ, ਤੇ ਵਾਟਰ ਨੂੰ ਰਿਮੂਵ ਕਰਨ ਤੋਂ ਬਾਅਦ ਕਾਦੇ ਵਿੱਚ ਕਨਵਰਟ ਹੋ ਜਾਣਗੇ ਤੁਹਾਡੇ ਕਾਰਬੋਨਿਲ ਕਾਰਬਨ ਦੇ ਵਿੱਚ, that convert into your ਕਾਰਬੋਨਿਲ ਗਰੁੱਪ ਦੇ ਵਿੱਚ ਕਨਵਰਟ ਹੋ ਜਾਣਗੇ। ਦੇਖੋ ਹੁਣ ਇਸ ਦਾ ਰੀਜ਼ਨ ਕੀ ਹੈ, ਦੇਖੋ ਕਾਰਬਨ ਤੇ OH ਗਰੁੱਪ ਪ੍ਰੈਜ਼ੈਂਟ ਹੈ, ਕਾਰਬਨ ਤੇ OH ਗਰੁੱਪ ਤੁਹਾਨੂੰ ਪਤਾ ਹੈ ਆਕਸੀਜਨ ਕੋਲ ਦੋ ਲੋਨ ਪੇਅਰ ਹੁੰਦੇ ਨੇ, ਤਾਂ ਇਸ ਆਕਸੀਜਨ ਕੋਲ ਦੋ ਲੋਨ ਪੇਅਰ ਨੇ ਤੇ ਇਸ ਆਕਸੀਜਨ ਕੋਲ ਵੀ ਕੀ ਪ੍ਰੈਜ਼ੈਂਟ ਨੇ ਤੁਹਾਡੇ ਦੋ ਲੋਨ ਪੇਅਰ ਨੇ। ਤਾਂ ਇਹ ਚੀਜ਼ ਦੇਖੋ ਐਕਸਪੈਰੀਮੈਂਟਲੀ ਆਬਜ਼ਰਵ ਕੀਤੀ ਗਈ ਕਿ ਜੋ ਇਹਨਾਂ ਦੇ ਲੋਨ ਪੇਅਰ ਨੇ ਉਹ ਆਪਸ ਦੇ ਵਿੱਚ ਬਹੁਤ ਜ਼ਿਆਦਾ ਇਲੈਕਟ੍ਰੋਨਿਕ ਰਿਪਲਸ਼ਨਸ ਕ੍ਰੀਏਟ ਕਰ ਸਕਦੇ ਨੇ, ਜਿਸ ਕਰਕੇ ਇੱਕ ਕਾਰਬਨ ਤੇ ਅਸਾਈਨਮੈਂਟ ਹੈ ਨਾ, ਇੱਕ ਕਾਰਬਨ ਤੇ ਤੁਹਾਡੇ ਦੋ OH ਗਰੁੱਪ ਸਟੇਬਲ ਨਹੀਂ ਹੁੰਦੇ, ਤੇ ਜਦੋਂ ਵੀ ਤੁਹਾਨੂੰ ਇੱਕ ਕਾਰਬਨ ਤੇ ਦੋ OH ਦਿਖਦੇ ਨੇ ਤਾਂ ਤੁਸੀਂ ਇਮੀਡੀਏਟਲੀ ਵਾਟਰ ਨੂੰ ਕੀ ਕਰਵਾ ਦੇਣਾ ਉੱਥੋਂ ਰਿਮੂਵ ਕਰਵਾ ਦੇਣਾ, ਵਾਟਰ ਨੂੰ ਕੀ ਕਰਵਾ ਦੇਣਾ ਉੱਥੋਂ ਰਿਮੂਵ ਕਰਵਾ ਦੇਣਾ ਹੈ। ਨਾਓ ਅਗਰ ਹੁਣ ਤੁਹਾਡਾ ਇੱਥੇ ਦੋ ਵਾਟਰ ਦੀ ਜਗ੍ਹਾ ਤੁਹਾਡੇ ਦੋ OH ਦੀ ਜਗ੍ਹਾ ਇੱਥੇ ਤਿੰਨ OH ਗਰੁੱਪ ਪ੍ਰੈਜ਼ੈਂਟ ਹੋ, ਅਗਰ ਲੈਟਸ ਸਪੋਜ਼ ਇੱਕ ਹੀ ਕਾਰਬਨ ਤੇ ਤੁਹਾਡੇ ਤਿੰਨ OH ਗਰੁੱਪ ਪ੍ਰੈਜ਼ੈਂਟ ਹੋਣਗੇ then what will be your product। ਸੇਮ ਚੀਜ਼ ਕਿ ਤੁਸੀਂ ਇੱਥੋਂ ਕੀ ਰਿਮੂਵ ਕਰਵਾਓਗੇ ਵਾਟਰ, ਤਾਂ ਵਾਟਰ ਰਿਮੂਵ ਕਰਵਾਓਗੇ ਤਾਂ ਦੇਖੋ ਕੀ ਹੈ ਤੁਹਾਡੇ ਇੱਥੋਂ ਵਾਟਰ ਰਿਮੂਵ ਹੋ ਜਾਏਗਾ, ਤਾਂ ਜਿੱਦਾਂ ਹੀ ਤੁਹਾਡਾ ਵਾਟਰ ਰਿਮੂਵ ਹੋਏਗਾ ਕੀ ਬਚੇਗਾ
ਇੱਥੇ ਤੁਹਾਡਾ ਕਾਰਬੋਨਿਲ ਗਰੁੱਪ ਬਚ ਜਾਏਗਾ ਤੇ ਇਸ ਕਾਰਬੋਨਿਲ ਦੇ ਨਾਲ ਇੱਕ OH ਗਰੁੱਪ ਹਜੇ ਪ੍ਰੈਜ਼ੈਂਟ ਹੋਏਗਾ। ਦੈਟ ਮੀਨਸ ਜਦੋਂ ਵੀ ਤੁਹਾਡੇ ਇੱਕ ਕਾਰਬਨ ਤੇ ਤਿੰਨ OH ਗਰੁੱਪ ਪ੍ਰੈਜ਼ੈਂਟ ਹੋਣਗੇ, ਉੱਥੇ ਵੀ ਸੇਮ ਕੰਡੀਸ਼ਨ ਹੀ ਹੋਏਗੀ ਕਿ ਵਾਟਰ ਰਿਮੂਵ ਹੋ ਜਾਏਗਾ ਤੇ ਉੱਥੇ ਤੁਹਾਡਾ ਜੋ ਕੰਪਾਊਂਡ ਹੈ ਉਹ ਕਾਹਦੇ ਵਿੱਚ ਕਨਵਰਟ ਹੋ ਜਾਏਗਾ, ਤੁਹਾਡੇ ਕਾਰਬੋਕਸਿਲਿਕ ਐਸਿਡ। C ਡਬਲ ਬੌਂਡ O, OH ਨੂੰ ਆਪਾਂ ਕਿਹੜੀ ਕੈਟੇਗਰੀ ਦੇ ਵਿੱਚ ਰੱਖਦੇ ਹਾਂ, ਕਾਰਬੋਕਸਿਲਿਕ ਐਸਿਡ। ਅਗਰ ਕਲਾਸੀਫਿਕੇਸ਼ਨ ਆਪਾਂ ਇਸ ਨੂੰ ਪ੍ਰਾਇਮਰੀ, ਸੈਕੰਡਰੀ ਤੇ ਟਰਸ਼ਰੀ ਅਲਕੋਹਲ ਦੇ ਵਿੱਚ ਕੈਟੇਗਰਾਈਜ਼ ਕਰਦੇ ਹਾਂ। ਅਗਰ ਤੁਹਾਡਾ OH ਗਰੁੱਪ ਜਿਸ ਕਾਰਬਨ ਦੇ ਨਾਲ ਅਟੈਚਡ ਹੈ ਉਹ ਕਾਰਬਨ ਅਗਰ ਤੁਹਾਡਾ ਪ੍ਰਾਇਮਰੀ ਕਾਰਬਨ ਹੈ ਤਾਂ ਉਸ ਅਲਕੋਹਲ ਨੂੰ ਤੁਸੀਂ ਕੈਟੇਗਰਾਈਜ਼ ਕਰੋਗੇ ਪ੍ਰਾਇਮਰੀ ਐਲਕੋਹਲ। ਸਿਮਿਲਰਲੀ ਕਿ ਅਗਰ ਤੁਹਾਡਾ OH ਗਰੁੱਪ ਜਿਸ ਕਾਰਬਨ ਦੇ ਨਾਲ ਤੁਹਾਡਾ ਅਟੈਚਡ ਹੈ ਉਹ ਕਾਰਬਨ ਅਗਰ ਤੁਹਾਡਾ ਸੈਕੰਡਰੀ ਕਾਰਬਨ ਹੋਏ, ਫॉर एग्जांपल ਆਹ ਵਾਲਾ ਕਾਰਬਨ, ਇਸ ਕਾਰਬਨ ਦੇ ਨਾਲ ਜੋ ਤੁਹਾਡਾ OH ਗਰੁੱਪ ਅਟੈਚਡ ਹੈ ਇਹ ਕਾਰਬਨ ਫਰਦਰ ਦੋ ਕਾਰਬਨ ਦੇ ਨਾਲ ਅਟੈਚਡ ਹੈ, that means this carbon is your secondary carbon। ਤਾਂ ਜਿਸ ਕਾਰਬਨ ਦੇ ਨਾਲ OH ਤੁਹਾਡਾ ਡਾਇਰੈਕਟਲੀ ਅਟੈਚਡ ਹੋ ਜਾਂਦਾ ਹੈ ਉਸ ਨੂੰ ਆਪਾਂ ਉਸ ਤਰ੍ਹਾਂ ਦੇ ਅਲਕੋਹਲ ਕੈਟੇਗਰੀ ਦੇ ਵਿੱਚ ਐਡ ਔਨ ਕਰ ਦਿੰਦੇ ਹਾਂ, ਕਿਉਂਕਿ ਇੱਥੇ ਜਿਸ ਕਾਰਬਨ ਦੇ ਨਾਲ ਤੁਹਾਡਾ OH ਗਰੁੱਪ ਅਟੈਚਡ ਹੈ ਉਹ ਤੁਹਾਡਾ ਸੈਕੰਡਰੀ ਕਾਰਬਨ ਹੈ, ਤਾਂ ਕਰਕੇ ਇਸ ਨੂੰ ਆਪਾਂ ਕਿਹੜੀ ਕੈਟੇਗਰੀ ਦੇ ਵਿੱਚ ਡਾਲਾਂਗੇ, ਸੈਕੰਡਰੀ ਐਲਕੋਹਲ। ਸਿਮਿਲਰਲੀ ਅਗਰ ਤੁਹਾਡਾ OH ਗਰੁੱਪ ਤੁਹਾਡੇ ਟਰਸ਼ਰੀ ਕਾਰਬਨ ਦੇ ਨਾਲ ਅਟੈਚਡ ਹੈ ਤਾਂ ਇਸ ਨੂੰ ਆਪਾਂ ਟਰਸ਼ਰੀ ਐਲਕੋਹਲ ਦੀ ਕੈਟੇਗਰੀ ਦੇ ਵਿੱਚ ਕੀ ਕਰਾਂਗੇ, ਐਡ ਔਨ ਕਰ ਦਾਂਗੇ ਤੇ ਇਹ ਕੀ ਬਣ ਜਾਏਗਾ ਤੁਹਾਡਾ ਟਰਸ਼ਰੀ ਐਲਕੋਹਲ। CH2 ਡਬਲ ਬੌਂਡ CH, ਇਸ ਪਾਰਟ ਨੂੰ ਦੇਖੋ ਆਪਾਂ ਬੋਲਦੇ ਹਾਂ ਵਿਨਾਈਲ ਪਾਰਟ। ਅਗਰ ਇਸ ਦੇ ਨਾਲ ਤੁਸੀਂ OH ਅਟੈਚ ਕਰਤਾ ਤਾਂ ਇਹ ਕੀ ਬਣ ਜਾਏਗਾ ਤੁਹਾਡਾ ਵਿਨਾਈਲ ਅਲਕੋਹਲ। ਦੇਖੋ that is very common name, ਬਹੁਤ ਵਾਰੀ ਯੂਜ਼ ਹੁੰਦਾ ਹੈ ਤਾਂ ਕਰਕੇ ਦੁਬਾਰਾ ਦੱਸ ਰਿਹਾ ਹਾਂ। ਸਿਮਿਲਰਲੀ ਅਗਰ ਤੁਹਾਡਾ ਗਰੁੱਪ ਕੀ ਹੈ CH2 ਡਬਲ ਬੌਂਡ CH CH2 ਤਾਂ ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਅਲਾਈਲ ਪਾਰਟ। ਅਗਰ ਇਸ ਦੇ ਨਾਲ OH ਅਟੈਚਡ ਹੈ ਤਾਂ ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਅਲਾਈਲ ਐਲਕੋਹਲ। ਇਹ ਵੀ ਬਹੁਤ ਵਾਰੀ ਯੂਜ਼ ਹੋਏਗਾ ਤਾਂ ਇਸ ਨੂੰ ਵੀ ਦਿਮਾਗ ਦੇ ਵਿੱਚ ਰੱਖਣਾ ਹੈ। ਨਾਓ ਦੇਖੋ ਨੈਕਸਟ ਹੈ ਈਥਰ, ਕਿ ਈਥਰ ਤੁਸੀਂ ਕਦੋਂ ਕਿਸੇ ਮਤਲਬ ਮੋਲੀਕਿਊਲ ਨੂੰ ਈਥਰ ਕੈਟੇਗਰਾਈਜ਼ ਡਾਲ ਸਕਦੇ ਹੋ। ਤਾਂ ਦੇਖੋ ਈਥਰ ਕੈਟੇਗਰੀ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਤੁਹਾਡੇ ਆਕਸੀਜਨ ਐਟਮ ਦੇ ਲੈਫਟ ਸਾਈਡ ਤੇ ਰਾਈਟ ਸਾਈਡ ਦੋਨੋਂ ਅਲਕਾਈਲ ਪਾਰਟ ਜਾਂ ਅਰਾਈਲ ਪਾਰਟ ਅਟੈਚਡ ਹੋਣਗੇ ਤਾਂ ਉਸ ਨੂੰ ਤੁਸੀਂ ਕੀ ਬੋਲਦੇ ਹੋ, ਤੁਹਾਡਾ ਈਥਰ ਮੋਲੀਕਿਊਲ। ਉਸ ਨੂੰ ਤੁਸੀਂ ਕਿਸ ਕੈਟੇਗਰੀ ਚ ਕੰਸੀਡਰ ਕਰਦੇ ਹੋ, ਤੁਹਾਡਾ ਈਥਰ ਪਾਰਟ। ਠੀਕ ਹੈ, ਅਗਰ ਤੁਹਾਡਾ ਇੱਥੇ ਜੋ ਆਕਸੀਜਨ ਹੈ, ਆਕਸੀਜਨ ਦੇ ਲੈਫਟ ਸਾਈਡ ਤੇ ਆਕਸੀਜਨ ਦੇ ਰਾਈਟ ਸਾਈਡ ਅਗਰ ਤੁਹਾਡਾ ਕਾਰਬਨ ਪਾਰਟ ਅਟੈਚਡ ਹੈ ਤਾਂ ਉਸ ਨੂੰ ਤੁਸੀਂ ਈਥਰ ਕੈਟੇਗਰੀ ਦੇ ਵਿੱਚ ਕੀ ਕਰਦੇ ਹੋ, ਕੰਸੀਡਰ ਕਰਦੇ ਹੋ। ਤਾਂ ਜੋ ਤੁਹਾਡਾ ਆਰ ਪਾਰਟ ਹੈ ਜਾਂ ਆਰ ਡੈਸ਼ ਹੈ ਉਹ ਇਕੁਅਲ ਵੀ ਹੋ ਸਕਦੇ ਨੇ, ਡਿਫਰੈਂਟ ਵੀ ਹੋ ਸਕਦੇ ਨੇ। ਇਟ ਕੈਨ ਬੀ ਯੂਰ ਅਲਕਾਈਲ ਪਾਰਟ ਔਰ ਇਟ ਕੈਨ ਬੀ ਯੂਰ ਅਰਾਈਲ ਪਾਰਟ। ਤਾਂ ਉਸ ਨੂੰ ਤੁਸੀਂ ਈਥਰ ਕੈਟੇਗਰੀ ਦੇ ਵਿੱਚ ਕੀ ਕਰਦੇ ਹੋ, ਕੰਸੀਡਰ ਕਰਦੇ ਹੋ। ਇਸ ਚੈਪਟਰ ਦੇ ਵਿੱਚ ਤੁਹਾਡਾ ਜੋ ਕਾਰਬਨ ਹੈ ਉਹਦਾ ਬੌਂਡ ਕੀ ਹੈ, ਆਕਸੀਜਨ ਤੇ ਹਾਈਡਰੋਜਨ ਨਾਲ ਹੈ ਨਾ, OH ਗਰੁੱਪ ਦੇ ਨਾਲ ਕਾਰਬਨ ਦਾ ਬੌਂਡ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਸਟਰਕਚਰ ਤੇ ਇਹਨਾਂ ਦਾ ਬੌਂਡ ਦਾ ਜੋ ਨੇਚਰ ਹੈ ਉਸ ਨੂੰ ਡਿਸਕਸ ਕਰਾਂਗੇ, ਕਿਉਂਕਿ ਉਸ ਦੇ ਅਕੋਰਡਿੰਗ ਹੀ ਜੋ ਤੁਹਾਡਾ ਅਲਕੋਹਲ ਹੈ ਜਾਂ ਤੁਹਾਡੇ ਫਿਨੋਲਸ ਹੈ ਜਾਂ ਤੁਹਾਡੇ ਈਥਰ ਹੈ ਉਸ ਦੇ ਅਕੋਰਡਿੰਗ ਹੀ ਆਪਣੀਆਂ ਫਿਜ਼ੀਕਲ ਪ੍ਰੋਪਰਟੀਜ਼ ਤੇ ਕੈਮੀਕਲ ਪ੍ਰੋਪਰਟੀਜ਼ ਨੂੰ ਕੀ ਕਰਦੇ ਨੇ, ਸ਼ੋ ਕਰਦੇ ਨੇ। ਤਾਂ ਪਹਿਲਾਂ ਇੱਕ ਬੇਸਿਕ ਜਿਹਾ ਆਪਾਂ ਡਿਸਕਸ਼ਨ ਕਰ ਲੈਂਦੇ ਹਾਂ ਕਿ ਇਹਨਾਂ ਦੀਆਂ ਪ੍ਰੋਪਰਟੀਜ਼ ਦੇ ਉੱਪਰ ਕਿ ਇਹਨਾਂ ਦਾ ਸਟਰਕਚਰ ਕਿਦਾਂ ਦਾ ਹੈ, ਉਸ ਦੇ ਬੇਸ ਤੇ ਇਹਨਾਂ ਦੀਆਂ ਪ੍ਰੋਪਰਟੀਜ਼ ਕੀ ਕਰਨਗੀਆਂ, ਵੈਰੀ ਕਰਨਗੀਆਂ। ਤਾਂ ਤੁਸੀਂ ਲਿਖ ਲਓ ਸਟਰਕਚਰ of alcohol, phenol and ether। ਦੇਖੋ ਪਹਿਲਾਂ ਆਪਾਂ ਬਣਾਉਂਦੇ ਹਾਂ ਤੁਹਾਡਾ ਐਲਕੋਹਲ। ਤਾਂ ਦੇਖੋ ਐਲਕੋਹਲ ਦੇ ਵਿੱਚ ਸਟਰਕਚਰ ਕੀ ਹੋਏਗਾ, R, ਤੁਹਾਡਾ ਇੱਥੇ ਆਕਸੀਜਨ ਹੈ, ਹਾਈਡਰੋਜਨ ਹੈ। ਤੁਹਾਨੂੰ ਪਤਾ ਹੈ ਆਕਸੀਜਨ ਤੇ ਕੀ ਪ੍ਰੈਜ਼ੈਂਟ ਨੇ, ਤੁਹਾਡੇ ਲੋਨ ਪੇਅਰ। ਤਾਂ ਜਦੋਂ ਵੀ ਤੁਸੀਂ ਹਾਈਬ੍ਰਿਡਾਈਜੇਸ਼ਨ ਕਰਦੇ ਹੋ, ਹਾਈਬ੍ਰਿਡਾਈਜੇਸ਼ਨ ਦੇ ਵਿੱਚ ਤੁਸੀਂ ਸਿਗਮਾ ਬੌਂਡ ਤੇ ਲੋਨ ਪੇਅਰ ਨੂੰ ਕਾਊਂਟ ਕਰਦੇ ਹੋ। ਤਾਂ ਅਗਰ ਤੁਸੀਂ ਇੱਥੇ ਆਕਸੀਜਨ ਦੀ ਹਾਈਬ੍ਰਿਡਾਈਜੇਸ਼ਨ ਕਰੋਗੇ ਤਾਂ ਆਕਸੀਜਨ ਦੀ ਇੱਥੇ ਹਾਈਬ੍ਰਿਡਾਈਜੇਸ਼ਨ ਕੀ ਆਏਗੀ, ਤੁਹਾਡੀ sp3, ਕਿਉਂਕਿ ਦੋ ਸਿਗਮਾ ਬੌਂਡ ਨੇ ਤੇ ਦੋ ਕੀ ਹੈ ਤੁਹਾਡੇ ਲੋਨ ਪੇਅਰ ਨੇ। ਤਾਂ ਇਹਦੀ ਹਾਈਬ੍ਰਿਡਾਈਜੇਸ਼ਨ ਕੀ ਹੈ ਤੁਹਾਡੀ sp3। ਅਗਰ ਤੁਸੀਂ ਸ਼ੇਪ ਦੀ ਗੱਲ ਕਰੋਗੇ ਤਾਂ ਸ਼ੇਪ ਇਹਦਾ ਕੀ ਆਏਗਾ, ਤੁਹਾਡਾ ਬੈਂਟ ਸ਼ੇਪ। ਤੇ ਅਗਰ ਤੁਸੀਂ ਇਹਨਾਂ ਦੀ ਜਿਓਮੈਟਰੀ ਦੀ ਗੱਲ ਕਰੋਗੇ ਤਾਂ ਜਿਓਮੈਟਰੀ ਕੀ ਹੋਏਗੀ ਇਸਦੀ, ਟੈਟਰਾਹੈਡਰਨ। ਸਿਮਿਲਰਲੀ ਅਗਰ ਤੁਸੀਂ ਫਿਨੋਲ ਦੀ ਗੱਲ ਕਰੋਗੇ ਤਾਂ ਇੱਥੇ ਫਿਨੋਲ ਗਰੁੱਪ ਬਣਾ ਲਓ, ਬੈਂਜ਼ੀਨ ਰਿੰਗ, ਬੈਂਜ਼ੀਨ ਦੇ ਨਾਲ ਤੁਹਾਡਾ ਆਕਸੀਜਨ ਨਾਲ ਹਾਈਡਰੋਜਨ। ਦੇਖੋ ਤਿੰਨਾਂ
ਕੇਸਾਂ ਦੇ ਵਿੱਚ, ਚਾਹੇ ਤੁਹਾਡਾ ਫਿਨੋਲ ਹੈ, ਚਾਹੇ ਤੁਹਾਡਾ ਅਲਕੋਹਲ ਹੈ, ਚਾਹੇ ਤੁਹਾਡਾ ਈਥਰ ਹੈ, ਇੱਥੇ ਕੀ ਹੈ ਤੁਹਾਡਾ sp3 ਹਾਈਬ੍ਰਿਡਾਈਜੇਸ਼ਨ ਹੀ ਤੁਹਾਡੇ ਆਕਸੀਜਨ ਦੀ ਪ੍ਰੈਜ਼ੈਂਟ ਹੁੰਦੀ ਹੈ ਤੇ ਸਟਰਕਚਰ ਵੀ ਤੁਹਾਡਾ ਕੀ ਹੋਏਗਾ, ਤੁਹਾਡਾ ਡੈਂਟ ਸ਼ੇਪ ਹੀ ਹੋਏਗਾ। ਸਿਮਿਲਰਲੀ ਅਗਰ ਤੁਸੀਂ ਗੱਲ ਕਰੋਗੇ ਇੱਥੇ ਤੁਹਾਡੇ ਈਥਰ ਦੀ, ਤਾਂ ਈਥਰ ਦੇ ਵਿੱਚ ਦੋਨੋਂ ਕੀ ਪ੍ਰੈਜ਼ੈਂਟ ਹੋਣਗੇ, ਤੁਹਾਡੇ ਅਲਕਾਈਲ ਪਾਰਟ। ਸੇਮ ਇੱਥੇ ਵੀ ਤੁਹਾਡਾ ਕੀ ਹੋਏਗਾ, ਇਹ sp3 ਹਾਈਬ੍ਰਿਡਾਈਜ਼ਡ ਹੋਏਗਾ, ਦੋ ਸਿਗਮਾ ਤੇ ਦੋ ਲੋਨ ਪੇਅਰ ਪ੍ਰੈਜ਼ੈਂਟ ਹੋਣਗੇ, ਸ਼ੇਪ ਡੈਂਟ ਹੀ ਹੋਏਗੀ। ਜਿਮੈਟਰੀ ਦੀ ਗੱਲ ਕਰੋਗੇ ਤਾਂ ਟੈਟਰਾਹੈਡਰਲ ਹੀ ਹੋਏਗੀ। ਮੇਨ ਡਿਸਕਸ਼ਨ ਦੇਖੋ ਹੁਣ ਆਪਾਂ ਇੱਥੇ ਕੀ ਕਰਨਾ ਹੈ, ਅਬਾਊਟ देयर ਬੌਂਡ ਐਂਗਲ। ਲੈਟਸ ਸਪੋਜ਼ ਇਹਨੂੰ ਮੈਂ θ1 ਲੈ ਰਿਹਾ ਹਾਂ, ਇਸ ਨੂੰ ਮੈਂ θ2 ਲੈ ਰਿਹਾ ਹਾਂ, ਐਂਡ ਇਸ ਨੂੰ ਸਪੋਜ਼ ਕਰ ਲਓ ਮੈਂ ਕੀ ਲੈ ਰਿਹਾ ਹਾਂ, θ3। ਤਾਂ ਆਪਾਂ ਕੰਪੈਰੀਜ਼ਨ ਕਰਨਾ ਹੈ ਕਿ ਤਿੰਨਾਂ ਵਿੱਚੋਂ ਐਂਗਲ ਦਾ ਆਰਡਰ ਕੀ ਹੋਏਗਾ, ਕਿ ਕਿਹੜਾ ਐਂਗਲ ਜ਼ਿਆਦਾ ਹੈ, ਕਿਸ ਦਾ ਐਂਗਲ ਸਮਾਲ ਹੋਏਗਾ। ਤਾਂ ਤੁਸੀਂ ਦੇਖੋ ਅਗਰ ਤਿੰਨਾਂ ਦੀ ਗੱਲ ਕਰਦੇ ਹਾਂ, ਤਾਂ ਤਿੰਨਾਂ ਵਿੱਚੋਂ ਅਗਰ ਆਪਾਂ ਦੋ ਦੋ ਕਰਕੇ ਕੰਪੇਅਰ ਕਰਦੇ ਹਾਂ, ਸੋ ਦੈਟ ਵੀ ਕੈਨ ਈਜ਼ੀਲੀ ਕੰਪੇਅਰ। ਅਗਰ ਤੁਸੀਂ ਫਸਟ ਤੇ ਸੈਕਿੰਡ ਨੂੰ ਕੰਪੇਅਰ ਕਰੋਗੇ ਤਾਂ ਤੁਸੀਂ ਦੇਖੋਗੇ ਦੋਨਾਂ ਦੇ ਵਿੱਚ ਇੱਕ ਚੀਜ਼ ਕਾਮਨ ਹੈ, ਹਾਈਡਰੋਜਨ ਬੌਂਡ। ਡਿਫਰੈਂਸ ਕਾਹਦਾ ਆ ਰਿਹਾ ਹੈ, ਇੱਥੇ ਤੁਹਾਡਾ ਅਲਕਾਈਲ ਪਾਰਟ ਹੈ, ਇੱਥੇ ਤੁਹਾਡਾ ਪਾਰਟ ਕਿਹੜਾ ਹੈ, ਤੁਹਾਡਾ ਰਿੰਗ ਵਾਲਾ ਪਾਰਟ ਹੈ। ਕਿਉਂਕਿ ਰਿੰਗ ਵਾਲਾ ਪਾਰਟ ਜ਼ਿਆਦਾ ਏਰੀਆ ਨੂੰ ਕਵਰ ਕਰਦਾ ਹੈ, ਕਿਉਂਕਿ 6 ਕਾਰਬਨ ਨੇ, ਤਾਂ ਇਹ ਕੀ ਕਰੇਗਾ, ਜ਼ਿਆਦਾ ਤੁਹਾਡੇ ਹਾਈਡਰੋਜਨ ਦੇ ਨਾਲ ਰਿਪਲਸ਼ਨ ਫੀਲ ਕਰਵਾਏਗਾ। ਰੀਜ਼ਨ ਕੀ ਹੈ, ਕਿਉਂਕਿ ਜੋ ਤੁਹਾਡਾ ਇੱਥੇ ਫਿਨਾਈਲ ਗਰੁੱਪ ਹੈ ਉਹ ਕੀ ਹੈ, ਤੁਹਾਡਾ ਬਲਕੀ ਹੈ, ਤਾਂ ਜੋ ਇਸ ਦੇ ਇਲੈਕਟ੍ਰੋਨ ਤੇ ਇਸ ਦੇ ਇਲੈਕਟ੍ਰੋਨ ਹੋਣਗੇ ਇਸ ਬੌਂਡ ਦੇ, ਉਹ ਆਪਸ ਦੇ ਵਿੱਚ ਕੀ ਕਰਨਗੇ, ਅਗਰ ਪਾਸ ਪਾਸ ਹੋਏ ਉਹ ਜ਼ਿਆਦਾ ਰਿਪੈਲ ਕਰਨਗੇ। ਤਾਂ ਉਸ ਰਿਪਲਸ਼ਨ ਤੋਂ ਬਚਣ ਦੇ ਲਈ ਆਹ ਵਾਲਾ ਜੋ ਐਂਗਲ ਹੈ θ2, ਉਹ ਸਲਾਈਟਲੀ, ਮੈਂ ਵਰਡ ਯੂਜ਼ ਕਰ ਰਿਹਾ ਹਾਂ ਸਲਾਈਟਲੀ ਗ੍ਰੇਟਰ ਹੋਏਗਾ ਤੁਹਾਡੇ θ1 ਤੋਂ, ਸਲਾਈਟਲੀ ਗ੍ਰੇਟਰ ਦੈਨ ਯੂਅਰ θ1। ਹਾਲਾਂਕਿ ਜੋ ਤੁਹਾਡਾ ਆਰ ਪਾਰਟ ਹੈ ਤੇ ਜੋ ਤੁਹਾਡਾ ਇੱਥੇ ਫਿਨਾਈਲ ਗਰੁੱਪ ਹੈ, ਉਹਨਾਂ ਦੋਨਾਂ ਵਿੱਚ ਸਟੈਰਿਕ ਰਿਪਲਸ਼ਨ 'ਚ ਕੋਈ ਬਹੁਤਾ ਫਰਕ ਨਹੀਂ ਆ, ਬਟ ਕਿਉਂਕਿ ਫਿਨਾਈਲ ਪਾਰਟ ਅਗਰ ਜ਼ਿਆਦਾ ਥੋੜਾ ਸਾ ਜ਼ਿਆਦਾ ਏਰੀਆ ਨੂੰ ਓਕੂਪਾਈ ਕਰਦਾ ਹੈ, ਸਪੇਸ ਜ਼ਿਆਦਾ ਓਕੂਪਾਈ ਕਰਦਾ ਹੈ, ਇਸ ਕਰਕੇ ਉਹ ਤੁਹਾਡੇ ਜਿਹੜੇ ਸਿਗਮਾ ਬੌਂਡ ਨੇ ਉਹ ਆਪਸ ਦੇ ਵਿੱਚ ਕੀ ਕਰ ਸਕਦੇ ਨੇ, ਇਲੈਕਟ੍ਰੋਨ ਇਲੈਕਟ੍ਰੋਨ ਰਿਪਲਸ਼ਨ ਕਰ ਸਕਦੇ ਨੇ, ਅਗਰ ਇਹ ਜ਼ਿਆਦਾ ਪਾਸ ਹੋਏ ਤਾਂ। ਅਗਰ ਰਿਪਲਸ਼ਨ ਕਰਨਗੇ ਤਾਂ ਉਸ ਰਿਪਲਸ਼ਨਸ ਨੂੰ ਮਿਨੀਮਾਈਜ਼ ਕਰਨ ਦੇ ਲਈ ਕੀ ਹੋ ਜਾਣਗੇ, ਐਂਗਲ ਥੋੜਾ ਜਿਹਾ ਐਕਸਪੈਂਡ ਕਰ ਲੈਣਗੇ, ਸੋ ਦੈਟ ਇਹਨਾਂ ਦਾ ਜੋ ਬੌਂਡ ਐਂਗਲ ਹੈ ਉਹ ਥੋੜਾ ਜਿਹਾ ਜ਼ਿਆਦਾ ਹੋ ਸਕੇ ਤੇ ਜੋ ਇਲੈਕਟ੍ਰੋਨ ਇਲੈਕਟ੍ਰੋਨ ਦਾ ਰਿਪਲਸ਼ਨ ਹੈ ਉਹ ਘਟ ਜਾਵੇ ਤੇ ਸਟਰਕਚਰ ਕੀ ਹੋ ਜੇ, ਤੁਹਾਡਾ ਸਟੇਬਲ। ਤਾਂ ਜੋ ਤੁਹਾਡਾ θ1 ਹੈ ਉਹ ਸਭ ਤੋਂ ਛੋਟਾ ਆਏਗਾ ਐਸ ਕੰਪੇਅਰ ਟੂ θ2। ਦੇਖੋ ਹੁਣ ਅਗਰ ਤੁਸੀਂ ਥਰਡ ਦੀ ਕੰਪੈਰੀਜ਼ਨ ਕਰੋ ਤਾਂ ਇੱਥੇ ਦੋਨੋਂ ਸਾਈਡ ਕੀ ਤੁਹਾਡੇ ਅਰਾਈਲ ਪਾਰਟ, ਅਰਾਈਲ ਚਾ ਕਹਿ ਲਓ ਜਾਂ ਤੁਸੀਂ ਅਲਕਾਈਲ ਪਾਰਟ ਕਹਿ ਸਕਦੇ ਹੋ, ਕਿਉਂਕਿ ਦੋਨੋਂ ਹੀ ਪਾਰਟ ਤੁਹਾਡੇ ਕੀ ਨੇ, ਬਲਕੀ ਨੇ। ਤਾਂ ਬਲਕੀ ਹੋਣ ਕਰਕੇ ਆਪਸ ਦੇ ਵਿੱਚ ਕੀ ਕਰ ਸਕਦੇ ਨੇ, ਸਟੈਰਿਕ ਕਰਾਊਡ ਕ੍ਰੀਏਟ ਕਰਕੇ ਰਿਪਲਸ਼ਨਸ ਕ੍ਰੀਏਟ ਕਰ ਸਕਦੇ ਨੇ। ਟੂ ਅਵੋਇਡ ਦਾ ਰਿਪਲਸ਼ਨ ਬਿਟਵੀਨ ਦਾ ਅਲਕਾਈਲ ਪਾਰਟ, ਜਿਹੜਾ ਆਹ ਐਂਗਲ ਹੈ ਉਹ ਆਪਣੇ ਆਪ ਨੂੰ ਮੈਕਸਿਮਮ ਐਕਸਟੈਂਟ ਤੱਕ ਓਪਨ ਕਰਨ ਦੀ ਕੋਸ਼ਿਸ਼ ਕਰੇਗਾ, ਸੋ ਦੈਟ ਕਿ ਜੋ ਤੁਹਾਡੇ ਆਰ ਪਾਰਟ ਨੇ ਉਹ ਆਪਸ ਦੇ ਵਿੱਚ ਸਟੈਰਿਕ ਰਿਪਲਸ਼ਨਸ ਨੂੰ ਮਿਨੀਮਾਈਜ਼ ਕਰ ਸਕਣ। ਤਾਂ ਉਸ ਨੂੰ ਮਿਨੀਮਾਈਜ਼ ਕਰਨ ਦੇ ਲਈ ਜੋ ਐਂਗਲ ਤੁਹਾਡਾ θ3 ਹੈ ਉਸ ਨੂੰ ਕੀ ਹੋਣਾ ਪਏਗਾ, ਸਭ ਤੋਂ ਜ਼ਿਆਦਾ। ਸੋ ਦਿਸ ਇਜ਼ ਦਾ ਆਰਡਰ ਆਫ ਯੂਅਰ ਬੌਂਡ ਐਂਗਲ ਇਨ ਕੇਸ ਆਫ ਯੂਅਰ ਐਲਕੋਹਲ, ਫਿਨੋਲ ਐਂਡ ਈਥਰ। ਈਥਰ ਵਿੱਚ ਬੌਂਡ ਐਂਗਲ ਸਭ ਤੋਂ ਜ਼ਿਆਦਾ ਹੁੰਦਾ ਹੈ ਤੇ ਐਲਕੋਹਲ ਦੇ ਵਿੱਚ ਬੌਂਡ ਐਂਗਲ ਸਭ ਤੋਂ ਛੋਟਾ ਹੁੰਦਾ ਹੈ। ਦੇਖੋ ਅਗਰ ਤੁਸੀਂ ਬੌਂਡ ਦੇ ਨੇਚਰ ਦੀ ਗੱਲ ਕਰੋਗੇ ਤਾਂ ਇੱਥੇ ਹੈਡਿੰਗ ਲਿਖ ਲਓ, ਨੇਚਰ ਆਫ ਬੌਂਡ, ਨੇਚਰ ਆਫ ਬੌਂਡ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਡਾ ਬੇਸਿਕਲੀ ਜੋ ਬੌਂਡ ਹੈ ਉਹ ਕਾਰਬਨ ਤੇ ਆਕਸੀਜਨ ਦੇ ਵਿੱਚ ਬੌਂਡ ਹੈ ਨਾ। ਤੇ ਕਾਰਬਨ ਤੇ ਆਕਸੀਜਨ ਦੇ ਵਿੱਚ ਤੁਹਾਨੂੰ ਪਤਾ ਹੈ ਆਕਸੀਜਨ ਥੋੜਾ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੁੰਦਾ ਹੈ ਤੇ ਕਾਰਬਨ ਕੀ ਹੁੰਦਾ ਹੈ, ਤੁਹਾਡਾ ਇਲੈਕਟ੍ਰੋ ਪੋਜ਼ਿਟਿਵ, ਜਿਸ ਕਰਕੇ ਕਾਰਬਨ ਤੇ ਡੈਲਟਾ ਪੋਜ਼ਿਟਿਵ ਚਾਰਜ ਤੇ ਆਕਸੀਜਨ ਤੇ ਡੈਲਟਾ ਨੈਗੇਟਿਵ ਚਾਰਜ ਹੁੰਦਾ ਹੈ। ਦੈਟ ਮੀਨਸ ਜੋ ਤੁਹਾਡਾ ਇੱਥੇ ਕਾਰਬਨ ਤੇ ਆਕਸੀਜਨ ਦਾ ਬੌਂਡ ਹੈ ਉਹ ਕੀ ਹੁੰਦਾ ਹੈ, ਪੋਲਰ ਨੇਚਰ ਦਾ ਹੈ। ਮਤਲਬ ਜੋ ਤੁਹਾਡੇ ਅਲਕੋਹਲਸ ਹੋਣਗੇ ਜਾਂ ਤੁਹਾਡੇ ਜੋ ਫਿਨੋਹਲਸ ਹੋਣਗੇ ਤਾਂ ਉਹ ਪੋਲਰ ਨੇਚਰ ਹੋਣਗੇ, ਉਹ ਪੋਲਰ ਪ੍ਰੋਪਰਟੀਜ਼ ਨੂੰ ਸ਼ੋ ਕਰਨਗੇ ਡਿਊ ਟੂ ਪਾਰਸ਼ੀਅਲ ਸੈਪਰੇਸ਼ਨ ਆਫ ਚਾਰजेस। ਤਾਂ ਜੋ ਵੀ ਹੁਣ ਆਪਾਂ ਇੱਥੇ ਕੰਸੀਡਰ ਕਰਾਂਗੇ, ਜੋ ਵੀ ਆਪਾਂ ਇੱਥੇ ਪੜਾਂਗੇ, ਤਾਂ ਇਸ ਪ੍ਰੋਪਰਟੀ ਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖ ਕੇ ਆਪਾਂ ਸਾਰੀਆਂ ਪ੍ਰੋਪਰਟੀਜ਼ ਫਿਜ਼ੀਕਲ ਐਜ਼ ਵੈਲ ਐਜ਼ ਕੈਮੀਕਲ ਪ੍ਰੋਪਰਟੀਜ਼ ਇਹਨਾਂ ਨੂੰ
ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਦੇ ਹੀ ਡਿਸਕਸ ਕਰਾਂਗੇ ਕਿ ਜੋ ਐਲਕੋਹਲ ਤੁਹਾਡਾ ਹੁੰਦਾ ਹੈ that is of polar nature। ਠੀਕ ਹੈ, ਇਹਦੇ ਵਿੱਚ ਪੋਲਰ ਨੇਚਰ ਹੋਣ ਕਰਕੇ ਹੀ ਆਪਾਂ ਇਹਨਾਂ ਦੀਆਂ ਪ੍ਰੋਪਰਟੀਜ਼ ਨੂੰ ਡਿਸਕਸ ਕਰਾਂਗੇ। ਲਿਖੋ ਹੈਡਿੰਗ ਮੈਥਡ ਆਫ ਪ੍ਰਿਪਰੇਸ਼ਨ ਆਫ ਐਲਕੋਹਲ। ਮੈਥਡ ਆਫ ਪ੍ਰਿਪਰੇਸ਼ਨ ਆਫ ਐਲਕੋਹਲ। ਦੇਖੋ ਫਸਟ ਮੈਥਡ ਲਿਖੋ, ਤੁਸੀਂ ਹੈਡਿੰਗ ਲਿਖੋ ਫਸਟ ਮੈਥਡ ਦੀ ਫਰੋਮ ਹੈਲੋ ਐਲਕੀ। ਜਦ ਇਹ ਦੇਖੋ ਜੋ ਰਿਐਕਸ਼ਨ ਹੈ ਉਹ ਆਪਾਂ ਆਲਰੇਡੀ ਪਿਛਲੇ ਚੈਪਟਰ ਦੇ ਵਿੱਚ ਵੈਸੇ ਡਿਸਕਸ਼ਨ ਕਰ ਚੁੱਕੇ ਹਾਂ। ਤਾਂ ਇਸ ਦੇ ਵਿੱਚ ਦੇਖੋ ਕੀ ਹੈ, ਹੈਲੋ ਐਲਕੇਨ ਮਤਲਬ ਆਪਾਂ RX ਦਾ ਬੌਂਡ ਲਵਾਂਗੇ, ਉਹਦੇ ਨਾਲੋਂ ਆਪਾਂ ਕੀ ਬਣਾਉਣਾ ਹੈ ਐਲਕੋਹਲ। ਤਾਂ ਐਲਕੋਹਲ ਬਣਾਉਣ ਦੇ ਲਈ ਆਪਾਂ ਇਹਦੀ ਰਿਐਕਸ਼ਨ ਕਾਹਦੇ ਨਾਲ ਕਰਵਾਉਣੀ ਪਏਗੀ, ਐਕੁਅਸ KOH ਦੇ ਨਾਲ। ਤੇ ਜਿਹੜਾ ਤੁਹਾਡਾ OH ਨੈਗੇਟਿਵ ਹੈ ਉਹ ਕਿਦਾਂ ਦਾ ਬਿਹੇਵ ਕਰੇਗਾ, ਐਜ਼ ਆ ਨਿਊਕਲੀਓਫਾਈਲ। ਇੱਥੇ ਕੀ ਕਰੇਗਾ, ਨਿਊਕਲੀਓਫਾਈਲ ਕੀ ਕਰੇਗਾ, ਕਾਰਬਨ ਵਾਲੇ ਪਾਰਟ ਤੇ ਅਟੈਕ ਕਰੇਗਾ, ਹੈਲੋਜਨ ਨੂੰ ਰਿਮੂਵ ਕਰਵਾ ਦੇਗਾ ਤੇ ਅਲਟੀਮੇਟਲੀ ਕੀ ਬਣੇਗਾ ਤੁਹਾਡਾ ਇੱਥੇ ਐਲਕੋਹਲ ਫਾਰਮ ਹੋਏਗਾ, ਪਲੱਸ HX ਮੋਲੀਕਿਊਲ ਤੁਹਾਡਾ ਸਿਸਟਮ ਚੋਂ ਲੀਵ ਹੋ ਜਾਏਗਾ। ਤਾਂ ਦੇਖੋ ਆਪਾਂ ਜੋ ਵੀ ਰਿਐਕਸ਼ਨ ਕਰਵਾਈ ਹੈ that is your nucleophilic substitution reaction। nucleophilic substitution reaction। ਤਾਂ ਦੇਖੋ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਤੁਹਾਡੇ ਦੋ ਮੈਕੈਨਿਜ਼ਮ ਨਾਲ ਚੱਲਦੀ ਹੈ, SN1 ਤੇ SN2। ਤਾਂ ਦੇਖੋ SN1 ਕਦੋਂ ਪ੍ਰੋਸੀਡ ਹੋਏਗੀ, ਜਦੋਂ ਤੁਹਾਡਾ ਟਰਸ਼ਰੀ ਐਲਕਾਈਲ ਹੈਲਾਈਡ ਹੋਏਗਾ ਤਾਂ ਉਹਦੇ ਵਿੱਚ ਤੁਹਾਡਾ ਕੀ ਬਣੇਗਾ, SN1 ਮੈਕੈਨਿਜ਼ਮ ਦੇ ਨਾਲ ਰਿਐਕਸ਼ਨ ਜਾਏਗੀ, that is for ਐਲਕਾਈਲ ਹੈਲਾਈਡ। ਅਗਰ ਤੁਹਾਡਾ ਟਰਸ਼ਰੀ ਹੈ ਤਾਂ ਉਹ SN1 ਮੈਕੈਨਿਜ਼ਮ ਦੇ ਨਾਲ ਜਾਏਗਾ, ਮਤਲਬ ਉੱਥੇ ਤੁਹਾਡਾ ਕਾਰਬੋਕੇਟਾਈਨ ਇੰਟਰਮੀਡੀਏਟ ਫਾਰਮ ਹੋਏਗਾ। ਔਨ ਦਾ ਅਦਰ ਹੈਂਡ ਅਗਰ ਤੁਹਾਡਾ ਉੱਥੇ ਪ੍ਰਾਇਮਰੀ ਐਲਕਾਈਲ ਹੈਲਾਈਡ ਹੈ ਉਹ ਤੁਹਾਡੇ SN2 ਮੈਕੈਨਿਜ਼ਮ ਦੇ ਨਾਲ ਜਾਂਦਾ ਹੈ ਤੇ ਇੱਥੇ ਕਿਸੇ ਵੀ ਤਰ੍ਹਾਂ ਦਾ ਇੰਟਰਮੀਡੀਏਟ ਫਾਰਮ ਨਹੀਂ ਹੁੰਦਾ। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਣਾ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿ whether reaction will go via intermediate stage or directly it will form your product in a single step। that is very very important point। from alkene ਆਪਾਂ ਆਲਰੇਡੀ ਇਹ ਵੀ ਕਰ ਚੁੱਕੇ ਹਾਂ, ਬਸ ਜਸਟ ਬਰੀਫ ਜਿਹਾ ਦੱਸਾਂਗਾ ਕਿ ਮੰਨ ਲਓ ਕੋਈ ਵੀ ਤੁਹਾਡੀ ਐਲਕੀਨ ਹੈ, ਅਗਰ ਤੁਸੀਂ ਐਲਕੀਨ ਦੀ ਰਿਐਕਸ਼ਨ ਇਨ ਦਾ ਪ੍ਰੈਜ਼ੈਂਸ ਆਫ ਐਸਿਡ ਐਂਡ ਵਾਟਰ ਕਰਦੇ ਹੋ ਤਾਂ ਇੱਥੇ ਪ੍ਰੋਡਕਟ ਕੀ ਬਣਦਾ ਤੁਹਾਡਾ ਐਲਕੋਹਲ। ਤੇ ਐਲਕੋਹਲ ਵੀ ਜੋ ਬਣਦਾ ਹੈ ਉਹ ਕਿਹੜੇ ਰੂਲ ਦੇ ਅਕੋਰਡਿੰਗ ਬਣਦਾ ਹੈ ਤੁਹਾਡਾ, ਮਾਰਕੋਨਿਕ ਆਫ ਰੂਲ। ਮਾਰਕੋਨਿਕ ਆਫ ਐਡੀਸ਼ਨ ਹੁੰਦਾ ਹੈ ਇੱਥੇ, ਮਾਰਕੋਨਿਕ ਆਫ ਰੂਲ ਦੇ ਅਕੋਰਡਿੰਗ ਤੁਹਾਡਾ ਕੀ ਬਣਦਾ ਹੈ, ਐਲਕੋਹਲ ਦੀ ਫਾਰਮੇਸ਼ਨ ਹੁੰਦੀ ਹੈ। ਤਾਂ ਮੈਕੈਨਿਜ਼ਮ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਕੀ ਹੋਏਗਾ ਕਿ ਤੁਹਾਡਾ ਐਸਿਡਿਕ ਕੰਟੈਂਟ ਹੈ। ਤਾਂ ਦੇਖੋ ਜੋ ਤੁਹਾਡੀ ਇੱਥੇ ਐਲਕੀਨ ਹੈ, ਐਲਕੀਨ ਦੇ ਵਿੱਚ ਜੋ ਹੈ ਉਹ ਕੀ ਹੁੰਦੀ ਹੈ ਤੁਹਾਡੀ ਇਲੈਕਟ੍ਰੋਨ ਡੈਂਸ ਹੈ। ਇਲੈਕਟ੍ਰੋਨ ਡੈਂਸ ਦਾ ਮਤਲਬ ਕੀ ਹੈ, ਉਹ ਨਿਊਕਲੀਓਫਾਈਲ ਦੀ ਤਰ੍ਹਾਂ ਬਿਹੇਵ ਕਰੇਗੀ। ਤਾਂ ਪਹਿਲੇ ਸਟੈਪ ਦੇ ਵਿੱਚ ਤੁਹਾਡਾ ਐਸਿਡ ਜੋ ਉਸਦਾ H ਪੋਜ਼ਿਟਿਵ ਡੋਨੇਟ ਕਰੇਗਾ, ਸਭ ਤੋਂ ਪਹਿਲਾਂ ਇੱਥੇ ਕੀ ਹੋਏਗਾ, ਜੋ ਤੁਹਾਡੀ ਐਲਕੀਨ ਹੈ, ਇਲੈਕਟ੍ਰੋਨ ਹੈ, ਉਹ ਤੁਹਾਡੇ ਪ੍ਰੋਟੋਨ ਤੇ ਅਟੈਕ ਕਰਨਗੇ। ਜਿੱਦਾਂ ਹੀ ਪ੍ਰੋਟੋਨ ਦੇ ਅਟੈਕ ਕੀਤਾ ਤਾਂ ਜੋ ਤੁਹਾਡਾ ਇੱਥੇ ਇੰਟਰਮੀਡੀਏਟ ਫਾਰਮ ਹੋਏਗਾ ਉਹ ਕੀ ਬਣਦਾ ਹੈ, ਕਾਰਬੋਕੇਟਾਈਨ। ਧਿਆਨ ਰੱਖਣਾ ਹੈ ਕਿ ਕਾਰਬੋਕੇਟਾਈਨ ਉਹ ਫਾਰਮ ਕਰਨਾ ਹੈ ਜੋ ਕਿ ਤੁਹਾਡਾ ਇੱਥੇ ਸਟੇਬਲ ਹੋਏਗਾ, ਜੋ ਕਿ ਇੱਥੇ ਬਣ ਰਿਹਾ ਹੈ ਤੁਹਾਡਾ ਸੈਕੰਡਰੀ ਕਾਰਬੋਕੇਟਾਈਨ। ਆਫਟਰ ਦੈਟ ਕੀ ਹੋਏਗਾ ਕਿ ਜੋ ਵੀ ਤੁਹਾਡਾ ਇੱਥੇ ਵਾਟਰ ਮੋਲੀਕਿਊਲ ਹੈ, ਆਕਸੀਜਨ ਦੇ ਜੋ ਲੋਨ ਪੇਅਰ ਨੇ that will attack on that carbon carrying the positive charge to neutralize it। ਤਾਂ ਅਲਟੀਮੇਟਲੀ ਇੱਥੇ ਤੁਹਾਡਾ ਪ੍ਰੋਡਕਟ ਕੀ ਬਣ ਜਾਏਗਾ, ਤੁਹਾਡਾ ਐਲਕੋਹਲ। ਕਿਉਂਕਿ ਇੱਥੇ ਜੋ ਤੁਹਾਡਾ ਪ੍ਰੋਸੈਸ ਹੈ ਰਾਜੀ ਕਾਰਬੋਕੇਟਾਈਨ ਦੇ ਥਰੂ ਹੋ ਕੇ ਜਾ ਰਿਹਾ ਹੈ, ਕਾਰਬੋਕੇਟਾਈਨ ਇੰਟਰਮੀਡੀਏਟ ਬਣ ਰਿਹਾ ਹੈ, ਤਾਂ ਇੱਥੇ ਰੀਅਰੇਂਜਮੈਂਟ ਪੋਸੀਬਲ ਹੈ। ਆਈ ਰਿਪੀਟ ਅਗੇਨ, ਇੱਥੇ ਰੀਅਰੇਂਜਮੈਂਟ ਪੋਸੀਬਲ ਹੈ। ਆਪਾਂ ਪਿਛਲੇ ਚੈਪਟਰਸ ਦੇ ਵਿੱਚ ਵੀ ਆਲਰੇਡੀ ਕਰ ਚੁੱਕੇ ਹਾਂ। ਤਾਂ ਇਸ ਨੂੰ ਪਲੀਜ਼ ਥੋੜਾ ਜਿਹਾ ਦਿਮਾਗ ਦੇ ਵਿੱਚ ਰੱਖਣਾ ਹੈ, ਪੁਆਇੰਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਜਿੱਥੇ ਵੀ ਤੁਹਾਨੂੰ ਕਾਰਬੋਕੇਟਾਈਨ ਜਿਸ ਵੀ ਮੈਕੈਨਿਜ਼ਮ ਦੇ ਵਿੱਚ ਕਾਰਬੋਕੇਟਾਈਨ ਅਗਰ ਫਾਰਮ ਹੁੰਦਾ ਹੈ ਤਾਂ ਉੱਥੇ ਤੁਹਾਡਾ ਰੀਅਰੇਂਜਮੈਂਟ ਹੋ ਕੇ ਹੀ ਰਹੇਗੀ। ਠੀਕ ਹੈ, ਤਾਂ ਅਗਰ ਤੁਸੀਂ ਐਲਕੀਨ ਦੇ ਵਿੱਚ ਐਸਿਡਿਕ ਮੀਡੀਅਮ ਇਨ ਦਾ ਪ੍ਰੈਜ਼ੈਂਸ ਆਫ ਵਾਟਰ ਕਰਦੇ ਹੋ ਤਾਂ ਉੱਥੇ ਤੁਹਾਡਾ ਬਣਦਾ ਹੈ ਮਾਰਕੋਨਿਕ ਆਫ ਰੂਲ ਦੇ ਅਕੋਰਡਿੰਗ ਤੁਹਾਡਾ ਐਲਕੋਹਲ ਦੀ ਫਾਰਮੇਸ਼ਨ ਹੁੰਦੀ ਹੈ। ਨੈਕਸਟ ਮੈਥਡ ਲਿਖੋ, ਹਾਈਡਰੋਬੋਰੇਸ਼ਨ ਆਕਸੀਡੇਸ਼ਨ ਰਿਐਕਸ਼ਨ। ਹਾਈਡਰੋਬੋਰੇਸ਼ਨ oxidation reaction।
ਆਕਸੀਡੇਸ਼ਨ ਰਿਐਕਸ਼ਨ, ਜਿਸ ਨੂੰ ਆਪਾਂ HBO ਰਿਐਕਸ਼ਨ ਵੀ ਬੋਲ ਦਿੰਦੇ ਹਾਂ। ਦੇਖੋ ਇਹ ਰਿਐਕਸ਼ਨ ਵੀ ਵੈਸੇ ਮੈਂ ਤੁਹਾਨੂੰ ਦੱਸੀ ਹੋਈ ਹੈ, ਇਹਦੇ ਵਿੱਚ ਤੁਸੀਂ ਪਹਿਲਾਂ ਲਿਖ ਲਓ ਪ੍ਰੋਡਕਟ, ਤੇ ਫਿਰ ਮੈਂ ਤੁਹਾਨੂੰ ਨਾ ਇਹਦੇ ਬਾਰੇ ਇੰਪੋਰਟੈਂਟ ਪੁਆਇੰਟ ਲਿਖਵਾ ਦਿੰਦਾ ਹਾਂ ਕੀ ਬਣਦਾ ਹੈ। ਤਾਂ ਇਹਦੇ ਵਿੱਚ ਆਪਾਂ ਦੋ ਰੀਐਜੈਂਟ ਯੂਜ਼ ਕਰਦੇ ਹਾਂ। ਪਹਿਲਾਂ ਤਾਂ ਤੁਹਾਡਾ ਯੂਜ਼ ਕਰਦੇ ਹਾਂ ਆਪਾਂ ਇੱਥੇ ਡਾਈਬੋਰੇਨ ਇਨ ਦਾ ਪ੍ਰੈਜ਼ੈਂਸ ਆਫ ਟੈਟਰਾਹਾਈਡਰੋਫੁਰੇਨ, ਤੇ ਸੈਕਿੰਡ ਸਟੈਪ ਦੇ ਵਿੱਚ ਇੱਥੇ ਆਪਾਂ ਯੂਜ਼ ਕਰਦੇ ਹਾਂ H2O2 ਇਨ ਦਾ ਪ੍ਰੈਜ਼ੈਂਸ ਆਫ ਯੂਅਰ ਬੇਸ। ਤੇ ਇੱਥੇ ਜਿਹੜਾ ਤੁਹਾਡਾ ਪ੍ਰੋਡਕਟ ਬਣਦਾ ਹੈ ਉਹ ਕੀ ਬਣਦਾ ਹੈ, ਤੁਹਾਡਾ ਪ੍ਰਾਇਮਰੀ ਅਲਕੋਹਲ ਜਨਰੇਟ ਹੁੰਦਾ ਹੈ। ਇੱਥੇ ਕੀ ਜਨਰੇਟ ਹੁੰਦਾ ਹੈ, ਪ੍ਰਾਇਮਰੀ ਐਲਕੋਹਲ। ਇੱਥੇ ਕੁਝ ਨਾ ਇੰਪੋਰਟੈਂਟ ਪੁਆਇੰਟਸ ਪਲੀਜ਼ ਨੋਟ ਕਰਕੇ ਇੰਪੋਰਟੈਂਟ ਪੁਆਇੰਟ ਲਿਖ ਲਓ, ਬਹੁਤ ਹੀ ਇੰਪੋਰਟੈਂਟ ਹੈ ਰਿਲੇਟਡ ਟੂ ਦਿਸ ਰਿਐਕਸ਼ਨ। ਇੱਥੇ ਨੋਟ ਕਰਕੇ ਇੰਪੋਰਟੈਂਟ ਪੁਆਇੰਟਸ ਲਿਖ ਲਓ। ਤਾਂ ਪਹਿਲਾ ਪੁਆਇੰਟ ਤੁਸੀਂ ਇੱਥੇ ਨੋਟ ਕਰੋ ਕਿ ਜੋ ਵੀ ਇੱਥੇ ਪ੍ਰੋਡਕਟ ਬਣਦਾ ਹੈ ਉਹ ਐਂਟੀ ਮਾਰਕੋਨਿਕ ਆਫ ਰੂਲ ਦੇ ਅਕੋਰਡਿੰਗ ਤੁਸੀਂ ਐਡੀਸ਼ਨ ਕਰਵਾਉਣੀ ਹੈ। ਇੱਥੇ ਕੀ ਕਰਦੇ ਹੋ, ਐਂਟੀ ਮਾਰਕੋਨਿਕ ਆਫ ਰੂਲ ਦੇ ਅਕੋਰਡਿੰਗ ਐਡੀਸ਼ਨ ਕਰਵਾਉਣੀ। ਸੈਕਿੰਡ ਪੁਆਇੰਟ ਕਿ ਜੋ ਤੁਸੀਂ ਇੱਥੇ ਦੇਖੋ ਦੋ ਪਾਰਟ ਐਡ ਹੁੰਦੇ ਨੇ, ਇੱਕ ਜੋ ਤੁਹਾਡਾ ਹਾਈਡਰੋਜਨ ਹੈ ਉਹ ਤੁਹਾਡਾ ਆਂਦਾ ਹੈ ਫਰੋਮ ਯੂਰ ਡਾਈਬੋਰੇਨ ਸਿਸਟਮ ਤੋਂ ਆਂਦਾ ਹੈ, B2H6 ਤੋਂ ਆਂਦਾ ਹੈ, ਤੇ ਜੋ ਤੁਹਾਡਾ OH ਪਾਰਟ ਆਂਦਾ ਹੈ OH, ਉਹ ਤੁਹਾਡਾ ਆਂਦਾ ਹੈ ਤੁਹਾਡੇ ਬੇਸ ਤੋਂ। ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ। ਨੈਕਸਟ ਇੰਪੋਰਟੈਂਟ ਪੁਆਇੰਟ ਹੈ ਕਿ ਜੋ ਤੁਸੀਂ H ਤੇ OH ਐਡ ਕਰਦੇ ਹੋ ਉਹ ਦੋਨੋਂ ਤੁਹਾਡੇ ਸਿਨ ਐਡੀਸ਼ਨ ਹੁੰਦੇ ਨੇ, ਦੋਨੋਂ ਸੇਮ ਸਾਈਡ ਤੋਂ ਹੀ ਐਡ ਹੁੰਦੇ ਨੇ। ਨੈਕਸਟ ਇੰਪੋਰਟੈਂਟ ਪੁਆਇੰਟ, ਇੱਥੇ ਕੋਈ ਵੀ ਇੰਟਰਮੀਡੀਏਟ ਫਾਰਮ ਨਹੀਂ ਹੁੰਦਾ, ਨੋ ਇੰਟਰਮੀਡੀਏਟ ਫਾਰਮਡ। ਕਿਉਂਕਿ ਕੋਈ ਇੰਟਰਮੀਡੀਏਟ ਫਾਰਮ ਨਹੀਂ ਹੁੰਦਾ ਤਾਂ ਇੱਥੇ ਕਿਸੇ ਵੀ ਤਰ੍ਹਾਂ ਦੀ ਰੀਅਰੇਂਜਮੈਂਟ ਨਹੀਂ ਹੋਏਗੀ। These are some of the important points related to your hydroboration oxidation reaction. First example note करो, CH3 CH double bond CH2 ਇਸ ਦੀ ਰਿਐਕਸ਼ਨ ਕਰਵਾ ਰਹੇ ਹੋ ਤੁਸੀਂ BD3 in the presence of THF, ਤੇ ਸੈਕੰਡਲੀ ਐਡ ਕਰ ਰਹੇ ਹੋ ਤੁਸੀਂ ਇਸ ਦੇ ਵਿੱਚ H2O2 in the presence of OH negative। ਰਿਐਕਟੈਂਟ ਸੇਮ ਰਹੇਗਾ, ਮੈਂ ਸਿਰਫ ਰੀਐਜੈਂਟ ਨੂੰ ਡਿਫਰੈਂਟ ਕਰ ਰਿਹਾ ਹਾਂ, ਠੀਕ ਹੈ। ਜੋ ਤੁਸੀਂ ਰੀਐਜੈਂਟ ਐਡ ਕਰ ਰਹੇ ਹੋ ਉਸ ਨੂੰ ਥੋੜਾ ਜਿਹਾ ਚੇਂਜ ਕਰ ਰਿਹਾ ਹਾਂ। BH3 in the presence of THF, ਤੇ ਸੈਕਿੰਡ ਪਾਰਟ ਆਂਦਾ ਹੈ ਤੁਹਾਡਾ H2O2 in the presence of NaOT। ਥਰਡ ਕੁਐਸਚਨ ਹੈ ਇੱਥੇ ਰੀਜ, ਮੈਂ ਬਾਰ-ਬਾਰ ਕਹਿ ਰਿਹਾ ਰੀਜੈਂਟ ਸੇਮ ਹੈ ਤਾਂ ਰੀਜੈਂਟਸ ਕਨਫਿਊਜ਼ ਨਾ ਹੋਈਓ। ਥਰਡ ਪਾਰਟ ਹੈ ਤੁਹਾਡਾ ਇੱਥੇ BD3 in the presence of THF, ਤੇ ਸੈਕਿੰਡ ਟਾਈਮ ਤੁਸੀਂ ਉਹਦੇ ਵਿੱਚ ਐਡ ਕਰ ਰਹੇ ਹੋ ਐਸੀਟਿਕ ਐਸਿਡ। ਪਹਿਲੇ ਦੇ ਵਿੱਚ ਦੇਖੋ ਮੈਂ ਕੀ ਕਿਹਾ ਹੈ ਕਿ ਜੋ ਤੁਹਾਡਾ ਹਾਈਡਰੋਜਨ ਹੈ ਉਹ ਇੱਥੋਂ ਆਏਗਾ BD3 ਤੋਂ, ਤੇ ਜੋ ਤੁਹਾਡਾ ਹਾਈਡਰੋਕਸਾਈਡ ਹੈ OH ਹੈ ਵਾਲਾ ਪਾਰਟ ਹੈ ਉਹ ਤੁਹਾਡੇ ਬੇਸ ਤੋਂ ਆਉਂਦਾ ਹੈ। ਤਾਂ ਦੇਖੋ ਇੱਥੇ H ਦੀ ਜਗ੍ਹਾ ਕੀ ਦਿੱਤਾ ਤੁਹਾਡਾ D, ਤਾਂ ਤੁਸੀਂ ਇੱਥੇ ਕੀ ਕਰੋਗੇ CH3 CH, ਇਹਦੇ ਨਾਲ ਕੀ ਐਡ ਕਰੋਗੇ D ਐਡ ਕਰੋਗੇ, CH2 ਦੇ ਨਾਲ ਕੀ ਐਡ ਹੋਏਗਾ ਤੁਹਾਡਾ OH ਪਾਰਟ ਐਡ ਹੋਏਗਾ। ਨੈਕਸਟ ਦੇ ਵਿੱਚ ਦੇਖੋ ਇੱਥੇ BH3 ਹੈ, ਇੱਥੇ NaOD ਹੈ, ਤਾਂ ਜੋ ਤੁਹਾਡਾ H ਵਾਲਾ ਪਾਰਟ ਹੈ ਉਹ ਤੁਹਾਡੇ BH3 ਤੋਂ ਆਏਗਾ, ਤਾਂ ਇੱਥੇ ਤੁਹਾਡਾ ਐਡ ਹੋਏਗਾ H, ਤੇ ਜੋ ਤੁਹਾਡਾ ਬੇਸ ਹੈ ਕਿਉਂਕਿ ਇੱਥੇ OD ਨੈਗੇਟਿਵ ਹੈ ਤਾਂ ਤੁਹਾਡਾ ਇੱਥੇ OH ਦੀ ਜਗ੍ਹਾ ਕੀ ਐਡ ਹੋਏਗਾ ਤੁਹਾਡਾ OD ਐਡ ਹੋਏਗਾ। ਇੰਪੋਰਟੈਂਟ ਕੀ ਇੱਥੇ ਦੇਖੋ ਐਸਟਿਕ ਐਸਿਡ ਹੈ, ਇਨ ਕੇਸ ਆਫ ਐਸਟਿਕ ਐਸਿਡ ਤੁਹਾਡਾ ਇੱਥੇ ਐਲਕੋਹਲ ਫਾਰਮ ਨਹੀਂ ਹੁੰਦਾ, ਐਲਕੋਹਲ ਦੀ ਜਗ੍ਹਾ ਤੇ ਕੀ ਬਣਦਾ ਤੁਹਾਡਾ ਐਲਕੇਨ, ਕੀ ਬਣਦਾ ਤੁਹਾਡਾ ਐਲਕੇਨ। ਤਾਂ ਇੱਥੇ ਪ੍ਰੋਡਕਟ ਕੀ ਬਣਾਓਗੇ CH3 CH, ਦੇਖੋ ਇੱਥੇ ਜੋ ਹਾਈਡਰੋਜਨ ਆਏਗਾ ਉਹ ਤੁਹਾਡਾ BD3, ਇੱਥੇ ਕੀ ਆਏਗਾ D, ਤੇ ਜੋ ਤੁਹਾਡਾ CH2 ਦੇ ਨਾਲ ਅਟੈਚ ਹੋਣਾ ਸੀ ਗਰੁੱਪ ਉਹ ਤੁਹਾਡੇ ਐਸਟਿਕ ਐਸਿਡ ਤੋਂ ਆਉਂਦਾ ਹੈ, ਇੱਥੇ ਕੀ ਹੈ H, ਤਾਂ ਇੱਥੇ ਪਾਰਟ ਕੀ ਆਏਗਾ ਤੁਹਾਡਾ H। ਧਿਆਨ ਰੱਖਣਾ ਹੈ ਅਗਰ ਇੱਥੇ ਐਸਟਿਕ ਐਸਿਡ ਗਿਵਨ ਹੈ ਤਾਂ ਉੱਥੇ ਤੁਹਾਡਾ ਅਲਕੋਹਲ ਨਹੀਂ ਬਣੇਗਾ, ਉੱਥੇ ਤੁਹਾਡਾ ਫਾਈਨਲ ਪ੍ਰੋਡਕਟ ਕੀ ਬਣੇਗਾ ਐਲਕੇਨ। नेक्स्ट रिएक्शन लिखो फोर्थ मेथड ऑक्सीमर्कुरेशन, ऑक्सीमर्कुरेशन डीमर्कुरेशन रिएक्शन, ऑक्सीमर्कुरेशन डीमर्कुरेशन रिएक्शन। देखो इस रिएक्शन ਨੂੰ ਆਪਾਂ ਨਾਮ ਦੇ ਲਿਖਦੇ ਹਾਂ OMD, ऑक्सीमर्कुरेशन डीमर्कुरेशन, ठीक है। ਤਾਂ ਦੇਖੋ ਇਹਦੇ ਵਿੱਚ ਦੇਖੋ ਮੈਂ ਕਿੱਦਾਂ ਯਾਦ ਰੱਖਦਾ ਹਾਂ, ਦੇਖੋ ਇਹਦੇ ਵਿੱਚ ਵੀ ਤੁਹਾਡਾ ਕੋਈ ਵੀ ਰੀਅਰੇਂਜਡ ਪ੍ਰੋਡਕਟ ਨਹੀਂ ਬਣਦਾ, ਕੋਈ ਵੀ ਤੁਸੀਂ ਇੱਥੇ ਐਲਕੀਨ ਲੈਣੇ ਹੋ, ਇੱਥੇ ਤੁਸੀਂ ਰੀਜਨ ਕੀ ਲੈਣੇ ਹੋ ਮਰਕਰੀ ਐਸੀਟੇਟ ਲੈਣੇ ਹੋ, ਮਰਕਰੀ ਐਸੀਟੇਟ। ਸੈਕਿੰਡ ਸਟੈਪ ਦੇ ਵਿੱਚ ਤੁਸੀਂ ਕੀ ਯੂਜ਼ ਕਰਦੇ ਹੋ ਇੱਥੇ ਸੋਡੀਅਮ ਬੋਰੋਹਾਈਡਰਾਈਡ ਇਨ ਦਾ ਪ੍ਰੈਜ਼ੈਂਸ ਆਫ ਬੇਸ, ਸੋਡੀਅਮ ਬੋਰੋਹਾਈਡਰਾਈਡ ਇਨ ਦਾ ਪ੍ਰੈਜ਼ੈਂਸ ਆਫ
ਬੇਸ ਤੇ ਜੋ ਤੁਹਾਡਾ ਇੱਥੇ ਮਰਕਰੀ ਐਸੀਟੇਟ ਲੈਣੇ ਹੋ ਇਨ ਦਾ ਪ੍ਰੈਜ਼ੈਂਸ ਆਫ ਵਾਟਰ, ਤੇ ਇੱਥੇ ਜੋ ਤੁਹਾਡਾ ਪ੍ਰੋਡਕਟ ਬਣਦਾ ਹੈ ਉਹ ਪ੍ਰੋਡਕਟ ਬਣਦਾ ਹੈ ਤੁਹਾਡਾ ਮਾਰਕੋਨਿਕ ਆਫ ਐਡੀਸ਼ਨ ਦੇ ਨਾਲ। ਇੱਥੇ ਪ੍ਰੋਡਕਟ ਕੀ ਬਣਦਾ ਹੈ ਤੁਹਾਡਾ ਮਾਰਕੋਨਿਕ ਆਫ ਐਡੀਸ਼ਨ ਦੇ ਨਾਲ। ਦੇਖੋ ਸਭ ਤੋਂ ਵੱਡਾ ਕਨਫਿਊਜ਼ਨ ਵਾਲਾ ਗੱਲ ਕੀ ਹੁੰਦਾ ਹੈ, ਆਹੀ ਚੀਜ਼ ਯਾਦ ਨਹੀਂ ਰਹਿੰਦੀ ਕਿ ਇੱਥੇ ਮਾਰਕੋਨਿਕ ਲੱਗੇਗਾ ਕਿ ਐਂਟੀ ਮਾਰਕੋਨਿਕ ਲੱਗੇਗਾ। ਮੈਂ ਇਸ ਨੂੰ ਕਿੱਦਾਂ ਯਾਦ ਰੱਖਦਾ, ਦੇਖੋ ਇੱਥੇ ਵਰਡ ਆਂਦਾ ਹੈ ਆਕਸੀਮਰਕੂਰੇਸ਼ਨ, ਤਾਂ ਇੱਥੇ ਮਰ ਵਰਡ ਆ ਰਿਹਾ ਨਾ ਐਮ ਤੋਂ, ਤਾਂ ਮੈਂ ਇਸ ਤੋਂ ਯਾਦ ਰੱਖਿਆ ਹੋਇਆ ਕਿ ਇੱਥੇ ਕਿਹੜਾ ਰੂਲ ਅਪਲਾਈ ਹੋਏਗਾ, ਮਾਰਕੋਨਿਕ ਆਫ ਐਡੀਸ਼ਨ, ਮਾਰਕੋਨਿਕ ਆਫ ਐਡੀਸ਼ਨ। ਤਾਂ ਇੱਥੇ ਦੇਖੋ ਜੋ ਤੁਹਾਡਾ ਐਚ ਪਾਰਟ ਹੈ, ਜੋ ਤੁਹਾਡਾ ਪੋਜ਼ਿਟਿਵ ਪਾਰਟ ਹੈ, ਉਹ ਕਿੱਥੋਂ ਆਏਗਾ, ਪੋਜ਼ਿਟਿਵ ਪਾਰਟ ਤੁਹਾਡੇ ਵਾਟਰ ਤੋਂ, ਵਾਟਰ ਤੋਂ ਨਹੀਂ ਹੈ ਤੁਹਾਡੇ, ਇੱਥੇ ਕਿਸ ਤੋਂ ਆਏਗਾ ਪੋਜ਼ਿਟਿਵ ਪਾਰਟ ਤੁਹਾਡੇ ਸੋਡੀਅਮ ਬੋਰੋਹਾਈਡਰਾਈਡ ਤੋਂ, ਤੇ ਜੋ ਤੁਹਾਡਾ OH ਵਾਲਾ ਪਾਰਟ ਹੈ ਉਹ ਕਿੱਥੋਂ ਆਏਗਾ ਤੁਹਾਡੇ ਵਾਟਰ, OH ਵਾਲਾ ਪਾਰਟ ਕਿੱਥੋਂ ਆਏਗਾ ਤੁਹਾਡੇ ਵਾਟਰ ਤੋਂ। ਦੇਖੋ ਇਹ ਸਿਰਫ ਟ੍ਰਿਕਸ ਨੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਤੁਸੀਂ ਪ੍ਰੋਡਕਟ ਕਿੱਦਾਂ ਬਣਾਓਗੇ। ਮਕੈਨਿਜ਼ਮ ਦੇ ਵਿੱਚ ਜਾਓਗੇ ਤਾਂ ਕਦੇ ਸਮਝ ਨਹੀਂ ਆਏਗਾ, ਤਾਂ ਸਿਰਫ ਟ੍ਰਿਕ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਇੱਥੇ ਕੋਈ ਵੀ ਇੰਟਰਮੀਡੀਏਟ ਫਾਰਮ ਨਹੀਂ ਹੁੰਦਾ, ਨੋ ਇੰਟਰਮੀਡੀਏਟ ਫਾਰਮ, ਕਿਉਂਕਿ ਕੋਈ ਵੀ ਇੰਟਰਮੀਡੀਏਟ ਨਹੀਂ ਹੁੰਦਾ ਤੇ ਕਿਸੇ ਵੀ ਤਰ੍ਹਾਂ ਦੀ ਇੱਥੇ ਰੀਅਰੇਂਜਮੈਂਟ ਨਹੀਂ ਹੁੰਦੀ। ਇੱਥੇ ਦੇਖੋ ਮਾਰਕੋਨਿਕ ਆਫ ਐਡੀਸ਼ਨ ਹੈ, ਤਾਂ ਇੱਥੇ ਇਸ ਤੋਂ ਉਲਟ ਜਿਹੜੇ H ਤੇ OH ਐਡ ਹੋਣਗੇ ਉਹ ਐਂਟੀ ਐਡੀਸ਼ਨ ਹੋਣਗੇ। ਦੈਟ ਮੀਨਸ ਅਗਰ H ਥੋੜਾ ਅਬਵ ਦਾ ਪਲੇਨ ਐਡ ਹੋ ਰਿਹਾ ਹੈ ਤੇ ਜੋ ਤੁਹਾਡਾ OH ਹੈ ਉਹ ਤੁਹਾਡੇ ਬਿਲੋ ਦਾ ਪਲੇਨ ਕੀ ਹੋਏਗਾ, ਐਡ ਔਨ ਹੋਏਗਾ। ਇਹ ਪੁਆਇੰਟ ਧਿਆਨ ਚ ਰੱਖਣਾ ਹੈ। ਆਈ ਰਿਪੀਟ ਅਗੇਨ ਕਿ ਜੋ ਤੁਹਾਡਾ ਆਕਸੀਮਰਕੂਰੇਸ਼ਨ ਡੀਮਰਕੂਰੇਸ਼ਨ ਹੈ ਉਹਦੇ ਵਿੱਚ ਤੁਹਾਡਾ ਮਾਰਕੋਨਿਕ ਆਫ ਰੂਲ ਅਪਲਾਈ ਹੁੰਦਾ ਹੈ। ਜੋ ਤੁਹਾਡਾ ਹਾਈਡਰੋਜਨ ਵਾਲਾ ਪਾਰਟ ਹੈ ਉਹ ਤੁਹਾਡੇ ਰਿਡਿਊਸਿੰਗ ਏਜੰਟ ਤੋਂ ਆਉਂਦਾ ਹੈ, ਤੇ ਜੋ ਤੁਹਾਡਾ OH ਵਾਲਾ ਪਾਰਟ ਹੈ ਉਹ ਤੁਹਾਡੇ ਵਾਟਰ ਮੋਲੀਕਿਊਲ ਤੋਂ ਆਉਂਦਾ ਹੈ। ਰਿਐਕਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇੰਟਰਮੀਡੀਏਟ ਫਾਰਮ ਨਹੀਂ ਹੁੰਦਾ। ਅਗਰ ਇੰਟਰਮੀਡੀਏਟ ਨਹੀਂ ਬਣਦਾ ਤਾਂ ਕਿਸੇ ਵੀ ਤਰ੍ਹਾਂ ਦੀ ਰੀਅਰੇਂਜਮੈਂਟ ਨਹੀਂ ਹੁੰਦੀ। ਨੈਕਸਟ ਇੰਪੋਰਟੈਂਟ ਪੁਆਇੰਟ ਕਿ ਜੋ ਤੁਸੀਂ ਹਾਈਡਰੋਜਨ ਤੇ OH ਵਾਲਾ ਪਾਰਟ ਐਡ ਕਰਦੇ ਹੋ ਉਹ ਦੋਨੋਂ ਐਂਟੀ ਐਡੀਸ਼ਨ ਹੋਣਗੇ। ਮਤਲਬ ਅਗਰ ਹਾਈਡਰੋਜਨ ਅਬਵ ਦਾ ਸਾਈਡ ਆ ਰਿਹਾ ਹੈ ਤਾਂ ਜੋ ਤੁਹਾਡਾ OH ਵਾਲਾ ਪਾਰਟ ਹੈ ਉਹ ਤੁਹਾਡੇ ਬਿਲੋ ਦਾ ਸਾਈਡ ਕੀ ਹੋਏਗਾ, ਅਟੈਕ ਕਰੇਗਾ। ਤਾਂ ਇੱਕ ਕੁਐਸਚਨ ਕਰਦੇ ਹਾਂ, ਉਸ ਦਾ ਤੁਸੀਂ ਆਨਸਰ ਕਰ ਸਕਦੇ ਹੋ। ਲੈਟਸ ਸਪੋਜ਼ ਤੁਹਾਡੇ ਕੋਲ ਕੁਐਸਚਨ ਗਿਵਨ ਹੈ CH3 C CH3 CH3 CH डबल बॉन्ड CH2। देखो अगर मैं इसकी रिएक्शन पहला है H2SO4 इन द प्रेजेंस ऑफ वाटर करते हो तो प्रोडक्ट की बनेगा। सैकेंड है कि अगर तुसी इसकी रिएक्शन मरक्यूरी एसीटेट इन द प्रेजेंस ऑफ वाटर, सैकेंड केस दे विच तुसी सोडियम बोरोहाइड्राइड इन द प्रेजेंस ऑफ बेस यूज करते हो ताकि बनेगा। थर्ड केस है कि अगर तुसी रिएक्शन डाइबोरेन इन द प्रेजेंस ऑफ THF, सैकेंड स्टेप दे विच तुसी बेस इन द प्रेजेंस ऑफ H2O2 अगर ऐड करते हो तो व्हाट विल बी द प्रोडक्ट फॉर्म। फर्स्ट स्टेप दे विच देखो ਤੁਹਾਨੂੰ ਪਤਾ ਹੈ प्रोडक्ट इंटरमीडिएट की बनेगा कार्बोकेटाइन। ਤਾਂ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਜੋ ਤੁਹਾਡਾ ਪ੍ਰੋਡਕਟ ਜਨਰੇਟ ਹੋਏਗਾ, ਦੇਖੋ ਮੈਂ ਉੱਪਰ ਲਿਖ ਰਿਹਾ ਹਾਂ, ਇੱਥੇ ਸਭ ਤੋਂ ਪਹਿਲਾਂ ਤੁਹਾਡਾ ਕਾਰਬੋਕੇਟਾਈਨ ਕੀ ਬਣੇਗਾ ਪਹਿਲਾਂ ਉਹ ਲਿਖੋ, CH3 CH3 ਇੱਥੇ ਕੀ ਬਣੇਗਾ CH ਪੋਜ਼ਿਟਿਵ CH3। ਤੁਸੀਂ ਦੇਖ ਸਕਦੇ ਹੋ ਇਹ ਤੁਹਾਡਾ ਸੈਕੰਡਰੀ ਕਾਰਬੋਕੇਟਾਈਨ ਹੈ। ਅਗਰ ਮੈਂ ਇਹ ਮਿਥਾਈਲ ਗਰੁੱਪ ਨੂੰ ਇੱਥੇ ਸ਼ਿਫਟ ਕਰਵਾ ਦਾਂ ਤਾਂ ਮੇਰੇ ਕੋਲ ਇੱਥੇ ਇੰਟਰਮੀਡੀਏਟ ਕੀ ਫਾਰਮ ਹੋਏਗਾ ਤੁਹਾਡਾ CH3 C, ਇੱਥੇ ਪੋਜ਼ਿਟਿਵ ਚਾਰਜ, ਇੱਥੇ ਤੁਹਾਡਾ CH3, ਇੱਥੇ ਕੀ ਬਣ ਜਾਏਗਾ CH, ਉੱਪਰ CH3 ਚਲਾ ਗਿਆ, ਇੱਕ CH3 ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੋ ਤੁਹਾਡਾ ਇੰਟਰਮੀਡੀਏਟ ਬਣਿਆ ਹੈ ਇਹ ਕੀ ਬਣਿਆ ਹੈ ਤੁਹਾਡਾ ਟਰਸ਼ਰੀ ਇੰਟਰਮੀਡੀਏਟ, ਕਿਉਂਕਿ ਟਰਸ਼ਰੀ ਜ਼ਿਆਦਾ ਸਟੇਬਲ ਹੈ। ਸੋ ਦੈਟ ਮੀਨਸ ਤੁਸੀਂ ਜੋ ਵੀ ਪ੍ਰੋਡਕਟ ਬਣਾਓਗੇ ਉਹ ਤੁਸੀਂ ਇੱਥੋਂ ਬਣਾਓ। ਇੱਥੇ ਤੁਹਾਡਾ ਮਿਥਾਈਲ ਸ਼ਿਫਟ ਦੇ ਨਾਲ ਕਾਰਬੋਕੇਟਾਈਨ ਰੀਅਰੇਂਜ ਹੋਇਆ ਹੈ ਤੇ ਫਾਈਨਲੀ ਵਾਟਰ ਇਸ ਕਾਰਬਨ ਤੇ ਅਟੈਕ ਕਰਕੇ ਇੱਥੇ OH ਬਣਾਏਗਾ। ਤਾਂ ਇੱਥੇ ਜੋ ਤੁਹਾਡਾ ਫਾਈਨਲ ਪ੍ਰੋਡਕਟ ਬਣੇਗਾ ਉਹ ਕੀ ਬਣੇਗਾ ਤੁਹਾਡਾ ਇਹ ਵਾਲਾ ਪ੍ਰੋਡਕਟ ਫਾਰਮ ਹੋਏਗਾ। ਇੱਥੇ ਰੀਅਰੇਂਜਮੈਂਟ ਪ੍ਰੋਡਕਟ ਬਣਿਆ ਹੈ, ਰੀਅਰੇਂਜਡ ਪ੍ਰੋਡਕਟ ਬਣਿਆ ਹੈ ਕਿਉਂਕਿ ਇੱਥੇ ਇੰਟਰਮੀਡੀਏਟ ਫਾਰਮ ਹੁੰਦਾ ਹੈ। ਸੈਕਿੰਡ ਰਿਐਕਸ਼ਨ ਦੇਖੋ that is your oxymercuration demercuration, ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇੰਟਰਮੀਡੀਏਟ ਨਹੀਂ ਬਣਦਾ ਤੇ ਨਾ ਹੀ ਤੁਹਾਡਾ ਕੋਈ ਕਾਰਬੋਕੇਟਾਈਨ ਜਨਰੇਟ ਹੁੰਦਾ ਹੈ। ਇੱਥੇ ਤੁਹਾਡੀ ਮਾਰਕੋਨਿਕ ਆਫ ਐਡੀਸ਼ਨ ਹੁੰਦੀ ਹੈ। that means ਜੋ ਵੀ ਪਰਸ ਤੁਹਾਡਾ ਡਬਲ ਬੌਂਡ ਹੈ
उस डबल बॉन्ड ते तुसी H ते OH ਦਾ ਐਡੀਸ਼ਨ ਕਰਨਾ ਹੈ ਯੂਜ਼ਿੰਗ ਯੂਅਰ ਮਾਰਕੋਨਿਕ ਆਫ ਰੂਲ। ਤਾਂ ਮਾਰਕੋਨਿਕ ਆਫ ਰੂਲ ਦੇ ਅਕੋਰਡਿੰਗ ਇੱਥੇ ਕੀ ਲੱਗ ਜਾਏਗਾ ਤੁਹਾਡਾ OH ਤੇ ਇੱਥੇ ਕੀ ਲੱਗ ਜਾਏਗਾ ਤੁਹਾਡਾ ਹਾਈਡਰੋਜਨ। ਨੈਕਸਟ ਸਟੈਪ ਕੀ ਹੈ ਤੁਹਾਡਾ ਹਾਈਡਰੋਬੋਰੇਸ਼ਨ ਆਕਸੀਡੇਸ਼ਨ, ਜਿਹਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਇੰਟਰਮੀਡੀਏਟ ਫਾਰਮ ਨਹੀਂ ਹੁੰਦਾ, ਪ੍ਰੋਡਕਟ ਦੀ ਕਿਸੇ ਵੀ ਤਰ੍ਹਾਂ ਦੀ ਰੀਅਰੇਂਜਮੈਂਟ ਨਹੀਂ ਹੁੰਦੀ, ਸਿਰਫ ਤੁਸੀਂ ਡਬਲ ਬੌਂਡ ਦੀ ਜਗ੍ਹਾ ਐਂਟੀ ਮਾਰਕੋਨਿਕ ਆਫ ਰੂਲ ਦੇ ਅਕੋਰਡਿੰਗ ਇੱਥੇ ਗਰੁੱਪ ਨੂੰ ਅਟੈਚ ਕਰਵਾ ਦੇਣਾ ਹੈ ਤੇ ਇੱਥੇ ਤੁਹਾਡਾ ਕੀ ਬਣਦਾ ਹੈ ਪ੍ਰਾਇਮਰੀ ਐਲਕੋਹਲ। by reduction of aldehyde and ketone, aldehyde and ketone, aldehyde and ketone। देखो रिडक्शन करना है, रिडक्शन ਦੀ ਆਪਾਂ ਕੀ ਯੂਜ਼ ਕਰਾਂਗੇ ਤੁਹਾਡੇ ਰਿਡਿਊਸਿੰਗ ਏਜੰਟ। ਕੋਈ ਵੀ ਤੁਸੀਂ ਕਾਰਬੋਨਿਲ ਕੰਪਾਊਂਡ ਲੈ ਲਓ, ਚਾਹੇ ਤੁਹਾਡਾ ਐਲਡੀਹਾਈਡ ਹੈ ਚਾਹੇ ਤੁਹਾਡਾ ਇੱਥੇ ਕੀ ਹੈ ਕੀਟੋਨ। अगर तुसी रिड्यूसिंग एजेंट लोगे तो वो रिड्यूसिंग एजेंट की करेगा एडिशन ऑफ हाइड्रोजन कर देगा, डबल बॉन्ड तोड़ के दोनों साइड थोड़ा हाइड्रोजन दे देगा, जिस नाल थोड़ा की बन जाएगा अल्टीमेटली अल्कोहल दी फॉर्मेशन हो जाएगी। ਹੁਣ देखो गल आंदी है तुसी केड़े-केड़े रिड्यूसिंग एजेंट इत्थे यूज कर सकते हो। ਤਾਂ केड़े-केड़े रिड्यूसिंग एजेंट यूज कर सकते हो तुसी इत्थे लिथियम एल्यूमीनियम हाइड्राइड, सोडियम बोरोहाइड्राइड यूज कर सकते हो, कैटालिटिक रिडक्शन यूज कर सकते हो ਜਿਹਦੇ ਵਿੱਚ ਤੁਸੀਂ ਹਾਈਡਰੋਜਨ ਇਨ ਦਾ ਪ੍ਰੈਜ਼ੈਂਸ ਆਫ ਨਿਕਲ ਪਲੈਟੀਨਮ ਜਾਂ ਪਲੈਟੀਨਮ ਯੂਜ਼ ਕਰ ਸਕਦੇ ਹੋ। ਤਾਂ ਤੁਸੀਂ ਇਸ ਤਰ੍ਹਾਂ ਦੇ ਕੋਈ ਵੀ ਰੀਏਜੈਂਟ ਨੂੰ ਯੂਜ਼ ਕਰ ਸਕਦੇ ਹੋ, ਜਾਂ ਤੁਹਾਡਾ ਮੈਂਡੀਅਸ ਰੀਏਜੈਂਟ ਸੋਡੀਅਮ ਇਨ ਦਾ ਪ੍ਰੈਜ਼ੈਂਸ ਆਫ ਇਥੇਨੋਲ, that is your ਮੈਂਡੀਅਸ ਰੀਏਜੈਂਟ। ਠੀਕ ਹੈ, ਇਹ ਵੀ ਤੁਹਾਡਾ ਐਜ਼ ਅ ਰਿਡਿਊਸਿੰਗ ਏਜੰਟ ਵਰਕ ਕਰਦਾ ਹੈ। ਤਾਂ ਤੁਸੀਂ ਇਹਨਾਂ ਸਭ ਦੇ ਵਿੱਚੋਂ ਕੋਈ ਵੀ ਰਿਡਿਊਸਿੰਗ ਏਜੰਟ ਨੂੰ ਯੂਜ਼ ਕਰਕੇ ਤੁਹਾਡੇ ਕਾਰਬੋਨਿਲ ਕੰਪਾਊਂਡ ਨੂੰ ਅਲਕੋਹਲ ਦੇ ਵਿੱਚ ਕਨਵਰਟ कर सकते हो। एक इंपॉर्टेंट पॉइंट लिख लो, टू रिड्यूस एल्डिहाइड एंड कीटोन only we use selectively sodium borohydride। ਤਾਂ ਆਪਾਂ ਸੋਡੀਅਮ ਬੋਰੋਹਾਈਡਰਾਈਡ ਨੂੰ ਸਿਲੈਕਟਿਵਲੀ ਯੂਜ਼ ਕਰਦੇ ਹਾਂ ਅਗਰ ਤੁਸੀਂ ਸਿਰਫ ਕਿਸ ਨੂੰ ਕਨਵਰਟ ਕਰਨਾ ਹੈ, ਰਿਡਿਊਸ ਕਰਨਾ ਹੈ ਤੁਹਾਡੇ ਐਲਡੀਹਾਈਡ ਤੇ ਕੀਟੋਨ। ਦੇਖੋ ਹੁਣ ਇਸ ਦਾ ਰੀਜ਼ਨ ਕੀ ਹੈ, ਰੀਜ਼ਨ ਬਹੁਤ ਹੀ ਵਧੀਆ ਹੈ ਇਸਦਾ ਕਿ ਜੋ ਤੁਹਾਡਾ ਸੋਡੀਅਮ ਬੋਰੋਹਾਈਡਰਾਈਡ ਹੁੰਦਾ ਹੈ ਉਹ ਬੜਾ ਹੀ ਸਿਲੈਕਟਿਵ ਹੁੰਦਾ ਹੈ, ਜਦ ਕਿ ਜਿੰਨੇ ਵੀ ਮੈਂ ਬਾਕੀ ਰਿਡਿਊਸਿੰਗ ਏਜੰਟ ਲਿਖਵਾਏ ਨੇ ਉਹ ਸਾਰੇ ਦੇ ਸਾਰੇ ਕੀ ਹੁੰਦੇ ਨੇ ਤੁਹਾਡੇ ਰਿਐਕਟਿਵ ਜ਼ਿਆਦਾ ਹੁੰਦੇ। ਫॉर एग्जांपल लिथियम एल्यूमिनियम हाइड्राइड है, वो थोड़े किसी भी फंक्शनल ग्रुप ਨੂੰ रिड्यूस कर सकता है। थोड़ी कैटालिटिक रिडक्शन है हाइड्रोजन इन द प्रेजेंस ऑफ निकल प्लैटिनम ਤੇ प्लैटिनम, ਉਹ ਵੀ ਕਿਸੇ ਵੀ ਫੰਕਸ਼ਨਲ ਗਰੁੱਪ ਨੂੰ ਇਵਨ ਕਿ ਤੁਹਾਡੇ ट्रिपल बॉन्ड डबल बॉन्ड ਉਸ ਨੂੰ ਵੀ रिड्यूस कर सकती है। ਇਸੇ ਤਰ੍ਹਾਂ ਤੁਹਾਡਾ ਮੈਂਡੀਅਸ ਰੀਏਜੈਂਟ ਜੋ ਤੁਹਾਡਾ ਸੋਡੀਅਮ ਇਨ ਦਾ ਪ੍ਰੈਜ਼ੈਂਸ ਆਫ ਇਥੇਨੋਲ ਹੈ ਉਹ ਵੀ ਤੁਹਾਡੇ ਕਿਸੇ ਵੀ ਫੰਕਸ਼ਨਲ ਗਰੁੱਪ ਨੂੰ ਮੋਸਟ ਫੰਕਸ਼ਨਲ ਗਰੁੱਪ ਨੂੰ ਰਿਡਿਊਸ ਕਰ ਸਕਦੇ ਨੇ। ਬਟ ਅਗਰ ਤੁਸੀਂ ਚਾਹੁੰਦੇ ਹੋ ਕਿ ਸਿਰਫ ਤੁਹਾਡਾ ਐਲਡੀਹਾਈਡ ਤੇ ਕੀਟੋਨ ਹੀ ਰਿਡਿਊਸ ਹੋਵੇ ਤਾਂ ਉਹਦੇ ਲਈ ਆਪਾਂ ਸਿਲੈਕਟਿਵਲੀ ਸੋਡੀਅਮ ਬੋਰੋਹਾਈਡਰਾਈਡ ਦਾ ਹੀ ਯੂਜ਼ ਕਰਦੇ। ਠੀਕ ਹੈ, ਅਗਰ ਮੰਨ ਲਓ ਤੁਸੀਂ ਇੱਥੇ ਕੀ ਲੈਂਦੇ ਹੋ ਤੁਹਾਡਾ ਐਲਡੀਹਾਈਡ, ਅਗਰ ਮੰਨ ਲਓ ਤੁਸੀਂ ਇੱਥੇ ਐਲਡੀਹਾਈਡ ਲੈਂਦੇ ਹੋ ਤਾਂ ਅਗਰ ਤੁਸੀਂ ਐਲਡੀਹਾਈਡ ਦੀ ਰਿਡਕਸ਼ਨ ਕਰੋਗੇ, ਅਗਰ ਤੁਸੀਂ ਐਲਡੀਹਾਈਡ ਦੀ ਰਿਡਕਸ਼ਨ ਕਰੋਗੇ ਤਾਂ ਇੱਥੇ ਤੁਹਾਨੂੰ ਪ੍ਰਾਇਮਰੀ ਐਲਕੋਹਲ ਦੀ ਫਾਰਮੇਸ਼ਨ ਹੋਈ 1 डिग्री ਐਲਕੋਹਲ ਫਾਰਮ ਹੋਏਗਾ। ਔਨ ਦਾ ਅਦਰ ਹੈਂਡ ਅਗਰ ਤੁਸੀਂ ਇੱਥੇ ਕੀਟੋਨ ਲਓਗੇ, ਅਗਰ ਕੀਟੋਨ ਦੀ ਤੁਸੀਂ ਇੱਥੇ ਰਿਡਕਸ਼ਨ ਕਰਦੇ ਹੋ ਤਾਂ ਇੱਥੇ ਤੁਹਾਨੂੰ ਸੈਕੰਡਰੀ ਐਲਕੋਹਲ ਦੀ ਫਾਰਮੇਸ਼ਨ ਹੋਏਗੀ। ਇਹ ਵੀ ਇੰਪੋਰਟੈਂਟ ਪੁਆਇੰਟ ਹੋ ਜਾਂਦੇ ਨੇ ਪੇਪਰ ਦੇ ਵਿੱਚ, ਇਸ ਤਰ੍ਹਾਂ ਦੇ ਵੀ ਕੁਐਸਚਨ ਪੁੱਛੇ ਜਾ ਸਕਦੇ ਨੇ ਕਿ ਅਗਰ ਤੁਸੀਂ ਐਲਡੀਹਾਈਡ ਨੂੰ ਰਿਡਿਊਸ ਕਰਦੇ ਹੋ ਤਾਂ ਕਿਹੜਾ ਪ੍ਰੋਡਕਟ ਬਣਦਾ ਹੈ, ਤਾਂ ਉੱਥੇ ਪ੍ਰਾਇਮਰੀ ਐਲਕੋਹਲ ਬਣਦਾ ਹੈ। ਅਗਰ ਤੁਸੀਂ ਕੀਟੋਨ ਨੂੰ ਰਿਡਿਊਸ ਕਰਦੇ ਹੋ ਤਾਂ ਉੱਥੇ ਤੁਹਾਡਾ ਸੈਕੰਡਰੀ ਐਲਕੋਹਲ ਦੀ ਫਾਰਮੇਸ਼ਨ ਹੁੰਦੀ ਹੈ। ਰਿਡਕਸ਼ਨ ਆਫ carboxylic acid and ester, reduction of carboxylic acid and ester, reduction of carboxylic acid and ester। तो देखो एसिड है आर सी डबल बॉन्ड ओ ओ एच। तो देखो रिड्यूस ही करना है जिदा कि मैं ਤੁਹਾਨੂੰ ਦੱਸਿਆ
ਕਿ ਜੋ ਤੁਹਾਡਾ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਹੁੰਦਾ ਹੈ that is a very strong reducing agent ਤੇ ਮੋਸਟਲੀ ਹਰ ਫੰਕਸ਼ਨਲ ਗਰੁੱਪ ਨੂੰ ਰਿਡਿਊਸ ਕਰ ਦਿੰਦਾ ਹੈ, ਤਾਂ ਤੁਹਾਡੇ ਐਸਿਡ ਨੂੰ ਵੀ ਇਹ ਤੁਹਾਡੇ ਕਨਵਰਟ ਕਰ ਦਿੰਦਾ ਹੈ ਤੁਹਾਡੇ ਅਲਕੋਹਲ ਪਾਰਟ ਦੇ ਵਿੱਚ। ਬਟ ਇਹ ਜਨਰਲੀ ਆਪਾਂ ਯੂਜ਼ ਨਹੀਂ ਕਰਦੇ। ਰੀਜ਼ਨ ਕੀ ਹੈ ਕਿ ਦੇਖੋ ਜੋ ਤੁਹਾਡਾ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਹੈ ਉਹ ਕੀ ਪ੍ਰੋਡਿਊਸ ਕਰਦਾ ਤੁਹਾਡਾ H ਨੈਗੇਟਿਵ ਹਾਈਡਰਾਈਡ ਦਿੰਦਾ ਹੈ, ਤੇ ਜੋ ਤੁਹਾਡਾ ਐਸਿਡ ਹੁੰਦਾ ਹੈ ਤੁਹਾਨੂੰ ਪਤਾ ਹੈ ਐਸਿਡ ਦੇ ਵਿੱਚ ਜੋ ਤੁਹਾਡਾ H ਹੈ ਉਹ ਕੀ ਹੁੰਦੀ ਹੈ ਤੁਹਾਡੀ ਐਸਿਡਿਕ ਹੁੰਦੀ ਹੈ, H ਪੋਜ਼ਿਟਿਵ ਡੋਨੇਟ ਕਰਦੀ ਹੈ। H ਨੈਗੇਟਿਵ ਤੁਹਾਡੇ H ਪੋਜ਼ਿਟਿਵ ਦੇ ਨਾਲ ਕੰਬਾਈਨ ਹੋ ਕੇ ਕਿਹੜੀ ਗੈਸ ਰਿਲੀਜ਼ ਕਰਦੀ ਹੈ, ਹਾਈਡਰੋਜਨ, ਤੇ ਹਾਈਡਰੋਜਨ ਗੈਸ ਕੀ ਹੁੰਦੀ ਹੈ, ਐਕਸਪਲੋਸਿਵ। ਇਸ ਕਰਕੇ ਆਪਾਂ ਜਨਰਲੀ ਐਸਿਡ ਨੂੰ ਰਿਡਿਊਸ ਕਰਨ ਦੇ ਲਈ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਨਹੀਂ ਯੂਜ਼ ਕਰਦੇ ਕਿਉਂਕਿ ਰਿਐਕਸ਼ਨ ਕੈਨ ਬੀ ਯੋਰ ਐਕਸਪਲੋਸਿਵ। ਤਾਂ ਸਪੈਸ਼ਲੀ ਅਗਰ ਤੁਸੀਂ ਸਿਰਫ ਤੇ ਸਿਰਫ ਐਸਿਡ ਨੂੰ ਰਿਡਿਊਸ ਕਰਨਾ ਹੈ ਉਹਦੇ ਲਈ ਆਪਾਂ ਯੂਜ਼ ਕਰਦੇ ਹਾਂ ਤੁਹਾਡਾ ਡਾਈਬੋਰਿਨ। ਡਾਈਬੋਰਿਨ ਤੁਹਾਡਾ ਸਿਲੈਕਟਿਵਲੀ ਰਿਡਿਊਸ ਕਰਦਾ ਹੈ ਤੁਹਾਡੇ ਐਸਿਡ ਨੂੰ ਤੁਹਾਡੇ ਐਲਕੋਹਲ ਦੇ ਵਿੱਚ। ਅਗਰ ਮੰਨ ਲਓ ਤੁਹਾਡਾ ਗਿਵਨ ਕੰਪਾਊਂਡ ਹੈ ਉਹਦੇ ਵਿੱਚ ਐਸਿਡ ਗਰੁੱਪ ਪ੍ਰੈਜ਼ੈਂਟ ਹੈ, ਐਸਟਰ ਵੀ ਪ੍ਰੈਜ਼ੈਂਟ ਹੈ, ਤਾਂ ਜੋ ਤੁਹਾਡਾ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਹੈ ਉਹ ਤੁਹਾਡੇ ਐਸਟਰ ਨੂੰ ਵੀ ਰਿਡਿਊਸ ਕਰੂਗਾ ਤੇ ਐਸਿਡ ਨੂੰ ਵੀ ਰਿਡਿਊਸ ਕਰੂਗਾ। ਅਗਰ ਤੁਸੀਂ ਸਿਲੈਕਟਿਵਲੀ ਚਾਹੁੰਦੇ ਹੋ ਕਿ ਸਿਰਫ ਤੇ ਸਿਰਫ ਤੁਹਾਡਾ ਐਸਿਡ ਹੀ ਰਿਡਿਊਸ ਹੋਵੇ ਤਾਂ ਉਹਦੇ ਲਈ ਆਪਾਂ ਕੀ ਯੂਜ਼ ਕਰਦੇ ਹਾਂ ਤੁਹਾਡਾ ਡਾਈਬੋਰਿਨ। ਤਾਂ ਫਿਰ ਤੁਸੀਂ ਪੁਆਇੰਟ ਇੰਪੋਰਟੈਂਟ ਕਰਕੇ ਲਿਖ ਸਕਦੇ ਹੋ ਕਿ ਡਾਈਬੋਰਿਨ ਕੀ ਕਰਦਾ ਹੈ, ਸਿਲੈਕਟਿਵਲੀ ਰਿਡਿਊਸ your carboxylic acid, selectively reduce C double bond OH। ਸਿਰਫ ਐਸਿਡ ਨੂੰ ਹੀ selectively reduce ਕਰਦਾ ਹੈ ਤੁਹਾਡਾ carboxylic acid। that is very very important point। ਇੱਥੇ ਤੁਸੀਂ ਲੈ ਰਹੇ ਹੋ ਐਸਟਰ R, ਲੈ ਰਹੇ ਹੋ R C double bond O OR, this is your ester group। ਅਗਰ ਦੇਖੋ ਐਸਟਰ ਨੂੰ ਰਿਡਿਊਸ ਕਰਨਾ ਹੈ ਤਾਂ ਐਸਟਰ ਨੂੰ ਰਿਡਿਊਸ ਕਰਨ ਦੇ ਲਈ ਜੋ ਮੈਂ ਤੁਹਾਨੂੰ ਉੱਪਰ ਰਿਡਿਊਸਿੰਗ ਏਜੰਟ ਲਿਖਵਾਏ ਨੇ ਇਹਨਾਂ ਵਿੱਚੋਂ ਕੋਈ ਵੀ ਰਿਡਿਊਸਿੰਗ ਏਜੰਟ ਤੁਸੀਂ ਯੂਜ਼ ਕਰ ਸਕਦੇ ਹੋ। ਤਾਂ ਐਸਟਰ ਦੇਖੋ ਕਾਦੇ ਵਿੱਚ ਰਿਡਿਊਸ ਹੋਏਗਾ, ਧਿਆਨ ਰੱਖਣਾ। ਦੇਖੋ ਐਸਟਰ ਕੀ ਕਰਦਾ ਹੈ, H ਨੈਗੇਟਿਵ ਦੇਗਾ ਲਿਥੀਅਮ ਐਲੂਮੀਨੀਅਮ ਹਾਈਡਰਾਈਡ। ਉਹ ਜੋ ਤੁਹਾਡਾ H ਨੈਗੇਟਿਵ ਹੈ ਉਹ ਤੁਹਾਡੇ ਕਾਰਬੋਨਿਲ ਕਾਰਬਨ ਤੇ ਅਟੈਕ ਕਰੇਗਾ, ਡਬਲ ਬੌਂਡ ਆਕਸੀਜਨ ਨੂੰ ਇਸ ਤਰ੍ਹਾਂ ਸ਼ਿਫਟ ਕਰੇਗਾ, ਇਹ ਬੌਂਡ ਵਾਪਿਸ ਆਏਗਾ ਤੇ ਜੋ ਤੁਹਾਡਾ ਉਹ ਆਰ ਹੈ ਉਹ ਗਰੁੱਪ ਲੀਵ ਕਰੇਗਾ। ਤਾਂ ਅਲਟੀਮੇਟਲੀ ਸਭ ਤੋਂ ਪਹਿਲਾ ਸਟੈਪ ਕੀ ਹੋਏਗਾ ਤੁਹਾਡਾ ਇੱਥੇ, ਐਲਡੀਹਾਈਡ ਜਨਰੇਟ ਹੋਏਗਾ ਤੇ ਜੋ ਤੁਹਾਡਾ ਆਰ ਉਹ ਨੈਗੇਟਿਵ ਹੈ ਉਹ ਹਾਈਡਰੋਜਨ ਨੂੰ ਗੇਨ ਕਰਕੇ ਤੁਹਾਡੇ ਐਲਕੋਹਲ ਪਾਰਟ ਚ ਕਨਵਰਟ ਹੋਏਗਾ। ਹੁਣ ਦੇਖੋ ਇੱਥੇ ਐਲਡੀਹਾਈਡ ਹੈ, ਤੁਹਾਨੂੰ ਪਤਾ ਹੈ ਐਲਡੀਹਾਈਡ ਕੈਨ ਬੀ ਫਰਦਰ ਰਿਡਿਊਸ ਹੋ ਸਕਦਾ ਹੈ ਤੁਹਾਡੇ ਐਲਕੋਹਲ ਪਾਰਟ ਦੇ ਵਿੱਚ। ਤਾਂ ਇੱਥੇ ਕੀ ਬਣੇਗਾ, ਆਰ CH2OH। ਸੋ that means ਕਿ ਜਦੋਂ ਤੁਸੀਂ ਐਸਟਰ ਨੂੰ ਰਿਡਿਊਸ ਕਰਦੇ ਹੋ ਤਾਂ ਤੁਹਾਡੇ ਕੋਲ ਉੱਥੇ ਦੋ ਤਰ੍ਹਾਂ ਦੇ ਅਲਕੋਹਲ ਦੀ ਫਾਰਮੇਸ਼ਨ ਹੁੰਦੀ ਹੈ। ਮਤਲਬ ਰਿਐਕਸ਼ਨ ਸਟੈਪ ਦੇ ਵਿੱਚ ਜਾਂਦੀ ਹੈ, ਪਹਿਲਾਂ ਜੋ ਤੁਹਾਡਾ ਐਸਟਰ ਹੈ ਕਨਵਰਟ ਹੁੰਦਾ ਹੈ ਤੁਹਾਡੇ ਐਲਡੀਹਾਈਡ ਦੇ ਵਿੱਚ, ਦੈਨ ਤੁਹਾਡਾ ਐਲਡੀਹਾਈਡ ਫਰਦਰ ਕਨਵਰਟ ਹੁੰਦਾ ਹੈ ਤੁਹਾਡੇ ਐਲਕੋਹਲ ਪਾਰਟ ਦੇ ਵਿੱਚ।